देश दुनिया च वसदे पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजी भास्कर जी और इंद्रप्रीत जी, दोनों जी आए। बहुत बहुत शुक्रिया रंधावा जी। साਰਿਆਂ ਨੂੰ सत श्री अकाल जी। पता नहीं इस मिट्टी का ही कोई खासा है कि जिन्हों भी पंजाब के लोग मुख मंत्री वजों चुनते आ ਉਹਦੇ ਵਿੱਚ ਬਾਦਸ਼ਾਹਾਂ ਵਾਲੇ ਲੱਛਣ ਉੱਭਰ ਆਉਂਦੇ ਆ। ਹੁਣ ਇਹ ਅਲਾਮਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਪ੍ਰਗਟ ਹੋ ਰਹੀਆਂ। ਕਿਵੇਂ ਪ੍ਰਗਟ ਹੋ ਰਹੀਆਂ ਤੁਹਾਡੇ ਨਾਲ ਸਾਂਝ ਪਾਉਂਦੇ ਆ, ਤੁਸੀਂ ਆਪਣਾ ਨੁਕਤਾ ਨਜ਼ਰ ਜ਼ਰੂਰ ਰੱਖਿਓ। ਦੂਜੀ ਖਬਰ, ਕੱਲ ਦਾ ਜਦੋਂ ਗੁਰਬਾਣੀ ਪ੍ਰਸਾਰਨ ਕਰਨ ਵਾਲੇ ਚੈਨਲ ਨੇ ਆਪਣਾ ਰੁਖ ਸਾਫ਼ ਕਰਤਾ ਹੈ ਕਿ ਅਸੀਂ ਆਪਣੇ ਕੰਟਰੈਕਟ ਡੇਟ ਤੱਕ ਹੈ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਜੋ ਵੀ ਫੈਸਲਾ ਲੈਣਾ ਚਾਹਵੇ ਉਹਦੇ ਲਈ ਆਜ਼ਾਦ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਚੈਨਲ ਸ਼ੁਰੂ ਕਰਨ ਲਈ ਸਿਫਾਰਿਸ਼ਾਂ ਦੇਣ ਵਾਸਤੇ ਬਣਾਈ ਗਈ ਸਬ ਕਮੇਟੀ, ਇਹਦੇ ਉੱਤੇ ਸਰਗਰਮੀ ਦਾ ਅਸਰ ਦੇਖ ਰਹੇ ਹਾਂ ਅਸੀਂ। ਔਰ ਆਉਂਦੇ ਦਿਨਾਂ 'ਚ ਇਸ ਹਫ਼ਤੇ ਦੇ ਅੰਦਰ ਅੰਦਰ ਸ਼੍ਰੋਮਣੀ ਕਮੇਟੀ ਕੋਈ ਫੈਸਲਾ ਲਏਗੀ, ਇਸ ਤਰ੍ਹਾਂ ਦੀਆਂ ਕਿਆਸ ਰਾਈਆਂ ਨੇ। ਤੁਹਾਡੇ ਨਾਲ ਸਾਂਝ ਪਾਉਂਦੇ ਆ ਕਿ ਐਕਟੀਵਿਟੀ ਕੀ ਆ, ਲੇਕਿਨ ਦਰਮਿਆਨ ਦੇ ਵਿੱਚ ਪੰਥਕ ਸਭਾ 'ਚ, ਮੈਂ ਪੰਥਕ ਸਭਾ ਸ਼ਬਦ ਨੂੰ ਥੋੜਾ ਪਛਾਣ ਲੈ ਜਾਂਦਾ, ਅਕਾਲੀ ਸਭਾ ਦੇ ਵਿੱਚ ਇਹ ਵੀ ਮੰਥਨ ਕੀਤਾ ਜਾ ਰਿਹਾ ਕਿ ਜਦੋਂ ਕੱਲ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਆਪਣਾ ਉਹ ਸੋਧ ਬਿੱਲ ਵਾਪਸ ਲਵੇ, ਜੇ ਸਰਕਾਰ ਸੋਧ ਬਿੱਲ ਵਾਪਸ ਨਹੀਂ ਲੈਂਦੀ ਤਾਂ ਉਸ ਸਥਿਤੀ ਦੇ ਵਿੱਚ ਸ਼ੁਰੂ ਕੀਤਾ ਜਾਣ ਵਾਲਾ ਮੋਰਚਾ ਕਿੰਨੀ ਦੇਰ ਤੱਕ ਚੱਲੇਗਾ। ਇਹ ਮੰਥਨ ਕੀਤਾ ਜਾ ਰਿਹਾ ਕਿ ਜੇਕਰ ਸਰਕਾਰ ਫਿਰ ਵੀ ਟਸ ਤੋਂ ਮਸ ਨਹੀਂ ਹੁੰਦੀ, ਜੇਕਰ ਉਹ ਮੋਰਚੇ ਦਾ ਵੀ ਅਸਰ ਨਹੀਂ ਕਬੂਲਦੀ, ਤੇ ਮੋਰਚਾ ਕਿੰਨੀ ਦੇਰ ਤੱਕ ਚਲਾਇਆ ਜਾ ਸਕਦਾ, ਤੇ ਜੇਕਰ ਮੋਰਚਾ ਚਲਾਇਆ ਜਾਣਾ ਤੇ ਉਹਦੇ ਵਿੱਚ ਲੋਕਾਂ ਦਾ ਉਤਸ਼ਾਹ, ਤੇ ਜੇਕਰ ਉਹਨੂੰ ਵਾਪਸ ਲੈਣਾ ਪੈ ਗਿਆ ਤੇ ਕਿਤੇ ਇਹ ਚਾਲ ਪੁੱਠੀ ਨਾ ਪੈ ਜੇ। ਇੱਥੋਂ ਤੱਕ ਵੀ ਮੰਥਨ ਹੋ ਰਿਹਾ, ਇਹਦੇ ਨਾਲ ਵੀ ਤੁਹਾਡੀ ਸਾਂਝ ਪਾਉਂਦੇ ਆ। ਤੀਜੀ ਖਬਰ, ਅਤ ਅਹਿਮ ਖਬਰ, ਮੁੱਖ ਮੰਤਰੀ ਤੇ ਗਵਰਨਰ ਦਰਮਿਆਨ ਦੂਰੀਆਂ ਰੋਸੇ ਪੇਪਰ ਤੇ ਨੇ, ਔਨ ਬੋਰਡ ਨੇ, ਆਪਾਂ ਸਾਰਿਆਂ ਪੜ੍ਹੇ ਸੁਣੇ ਨੇ। ਹੁਣ ਸੱਜਰੀ ਗੱਲ ਇਹ ਕਿ ਗਵਰਨਰ ਸਾਹਿਬ ਨੇ ਸਰਕਾਰ ਨੂੰ ਦਿਖਾਉਣ ਲਈ ਵੀ ਜਾਓ ਤੁਹਾਡਾ ਹੈਲੀਕਾਪਟਰ ਨਹੀਂ ਵਰਤਦੇ, ਸਧਾਰਨ ਫਲਾਈਟ ਫੜੀ ਤੇ ਪਹੁੰਚ ਗਏ ਸ਼੍ਰੀਨਗਰ। ਇਹ ਖਬਰ ਛਾਇਆ ਹੋਈ ਹੈ, ਖਬਰ ਵੀ ਛਾਇਆ ਹੋਈ ਹੈ ਚਰਨਜੀਤ ਭੁੱਲਰ ਦੀ, ਸਾਡੇ ਮਿੱਤਰ ਸਹਾਫੀ ਨੇ। ਪਰ ਹੁਣ ਨਾਲ ਦੀ ਨਾਲ ਜਿਹੜਾ ਸਿਵਲ ਐਵੀਏਸ਼ਨ ਹੈ ਉਹਦੇ ਅਧਿਕਾਰੀ ਕੁਝ ਹੋਰ ਵੀ ਦੱਸ ਰਹੇ ਨੇ, ਉਹ ਤੁਹਾਡੇ ਨਾਲ ਸਾਂਝ ਪਾਉਂਦੇ ਆ। ਇੱਧਰ ਦਰਮਿਆਨ ਦੇ ਵਿੱਚ ਜਦੋਂ ਹਮੇਸ਼ਾ ਖਬਰ ਆਉਂਦੀ ਕਿ ਸਰਕਾਰ ਨੇ ਆਹ ਜ਼ਮੀਨ ਵੇਚਤੀ, ਸਰਕਾਰ ਨੇ ਆਹ ਵੇਚਤਾ, ਸਰਕਾਰ ਨੇ ਗਹਿਣੇ ਧਰਤਾ, ਰਾਜਸਥਾਨ ਦੇ ਵਿੱਚ 500 ਮੈਗਾਵਾਟ ਦਾ ਸੋਲਰ ਪਲਾਂਟ ਖਰੀਦ ਲਿਆ, ਇਹ ਖਬਰ ਆ ਰਹੀ। ਉਹ ਰਾਜਸਥਾਨ ਕਿਉਂ ਖਰੀਦਣਾ ਸੀ, ਸਾਡੇ ਹੀ ਕਿਸੇ ਟੋਏ ਟਿੱਬੇ ਤੇ ਲਾ ਲੈਂਦੇ, ਬਥੇਰੀਆਂ ਨਹਿਰਾਂ ਨੇ, ਸੜਕਾਂ ਦੇ ਕੰਢੇ ਨੇ, ਕਿਤੇ ਵੀ ਲਾ ਲੈਂਦੇ, ਸ਼ਾਇਦ ਸੂਰਜ ਉਧਰ ਜ਼ਿਆਦਾ ਚਮਕਦਾ ਜਾਂ ਸਾਡੀ ਸੂਰਜ ਨਾਲ ਦੁਸ਼ਮਣੀ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਗੱਲ ਤੋਰੋ ਕਿ ਜਿਹਨੂੰ ਵੀ ਮੁੱਖ ਮੰਤਰੀ ਚੁਣਦੇ ਪੰਜਾਬ ਦੇ ਲੋਕ, ਉਹ ਚੁਣਦੇ ਤਾਂ ਵੋਟਾਂ ਪਾ ਕੇ ਆ, ਲੋਕਤੰਤਰੀ ਤਰੀਕੇ ਨਾਲ ਆ, ਲੇਕਿਨ ਉਹਦੇ ਅੰਦਰ ਬਾਦਸ਼ਾਹਾਂ ਵਾਲੀਆਂ ਰੁਚੀਆਂ ਪੈਦਾ ਹੋਣ ਲੱਗ ਪੈਂਦੀਆਂ ਤੇ ਫਿਰ ਉਹਨੂੰ ਲੱਗਦਾ ਹੈ ਕਿ ਮੈਂ ਦਰਬਾਰ ਲਾਵਾਂ ਤੇ ਮੈਂ ਖੈਰਾਤਾਂ ਵੰਡਾਂ। ਕੀ ਕਹਿੰਦੇ ਹੋ, ਮੁੱਖ ਮੰਤਰੀ ਪਿੰਡ ਸਰਕਾਰ ਮਿਲਣੀ ਦਾ ਪ੍ਰੋਗਰਾਮ ਦੇ ਰਹੇ ਨੇ, ਕਦੇ ਸੰਗਤ ਦਰਸ਼ਨ ਚ ਬਾਦਲ ਸਾਹਿਬ ਦੀ ਫੋਟੋ ਵੇਖਦੇ ਹੁੰਦੇ ਸਾਂ ਮੂਰਤ ਟੀਵੀ ਤੇ ਹੁਣ ਭਗਵੰਤ ਮਾਨ। ਰੁਚੀਆਂ ਇੱਕੋ ਜੀਆਂ ਨੇ, ਨਜ਼ਰੀਆ ਵੱਖੋ ਵੱਖਾ, ਇੱਕ ਰਵਾਇਤ ਚੋਂ ਇੱਕ ਬਦਲਾਅ ਚੋਂ ਦੋਨੇ ਕਲੱਬ ਹੋ ਰਹੇ ਨੇ, ਕਿਵੇਂ ਲਈਏ ਇਹਨੂੰ? ਰੰਧਾਵਾ ਸਾਹਿਬ, ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਬਾਰੇ ਕਹੀ ਜਾਂਦੀ ਸੀ ਵੀ ਉਹ ਮਹਾਰਾਜੇ ਨੇ ਤੇ ਮਹਾਰਾਜਾ ਵਾਂਗੂ ਵਿਚਰਦੇ ਨੇ, ਤੇ ਉਹੀ ਜਿਹੜੀਆਂ ਤਰੀਕੇਕਾਰ ਨੇ ਪ੍ਰਸ਼ਾਸਨ ਕਰਨ ਦੇ, ਉਹ ਇਹ ਕਰਨਾ ਚਾਹੁੰਦੇ ਆ। ਇਹ ਦਿਖਾਣਾ ਉਹ ਚਾਹੁੰਦੇ ਆ ਕਿ ਅਸੀਂ ਤਾਂ ਲੋਕਾਂ ਦੇ ਆ ਤੇ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ, ਚਾਹੇ ਉਹ ਬਾਲ ਸਾਹਿਬ ਹੋਣ, ਚਾਹੇ ਹੁਣ ਭਗਵੰਤ ਮਾਨ ਹੋਣ। ਪਰ ਜਿਹੜਾ ਲੋਕਤਾਂਤਰਿਕ ਤਰੀਕਾ ਹੈ ਉਹ ਇਹ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਚੀਜ਼ਾਂ ਵੰਡੋ। ਲੋਕਤਾਂਤਰਿਕ ਤਰੀਕਾ ਹੋਰ ਹੈ, ਲੋਕਤੰਤਰ ਦੇ ਵਿੱਚ ਸਾਰੇ ਬਰਾਬਰ ਨੇ ਔਰ ਉਹਦੇ ਵਿੱਚ ਸਭ ਦੇ ਅਧਿਕਾਰ ਨੇ, ਤੇ ਅਧਿਕਾਰ ਉਹ ਕਾਨੂੰਨ ਦੇ ਜ਼ਰੀਏ ਲੈਂਦੇ ਆ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਬਖਸ਼ੇ ਹੋਏ। ਪਰ ਜੇ ਏਦਾਂ ਹੋ ਗਿਆ ਫਿਰ ਤਾਂ ਤੁਸੀਂ ਸਮਝੋ ਨਾ ਵੀ ਤੁਹਾਡੀ ਪੋਲੀਟੀਕਲ ਜਿਹੜੀ ਉਹ ਸਿਸਟਮ ਹੈ ਉਹ 'ਚ ਵੋਟ ਦਾ ਇੱਕ ਖਾਸ ਮਹੱਤਵ ਹੈ, ਉਹਦੇ 'ਚ ਤਾਂ ਉਹ ਫਿੱਟ ਹੀ ਨਹੀਂ ਬੈਠਣਾ। ਫਿੱਟ ਬੈਠਦਾ ਇਸ ਤਰ੍ਹਾਂ ਹੀ ਜਾ ਕੇ ਵੀ ਤੁਸੀਂ ਕਿਸੇ ਪਿੰਡ 'ਚ ਜਾਓ, ਉੱਥੇ ਲੋਕਾਂ ਨਾਲ ਗੱਲਾਂ ਕਰੋ ਤੇ ਲੋਕ ਕਹਿਣ ਜੀ ਸਾਡੀ ਧਰਮਸ਼ਾਲਾ ਨਹੀਂ ਬਣੀ ਹੋਈ, ਤੇ ਮੁੱਖ ਮੰਤਰੀ ਕਹਿਣ ਵੀ ਫਟਾਫਟ ਚੈੱਕ ਕੱਟੋ ਜੀ ਇਹਨਾਂ ਦਾ 10 ਲੱਖ ਰੁਪਏ ਦਾ ਤੇ ਹੁਣੀ ਬਣਾਓ ਧਰਮਸ਼ਾਲਾ। ਸਰ, ਇਹ ਚੀਜ਼ਾਂ ਸੰਗਤ ਦਰਸ਼ਨ ਦੇ ਰੂਪ 'ਚ ਬਾਦਲ ਸਾਹਿਬ ਨੇ 97 ਵਾਲੀ ਗਵਰਨਮੈਂਟ 'ਚ ਸ਼ੁਰੂ ਕੀਤੀਆਂ ਸੀਗਾ। ਬਹੁਤ ਉਹਨਾਂ ਦੀ ਉਦੋਂ ਚਰਚਾ ਹੋਈ ਕਿ ਸੰਗਤ ਦਰਸ਼ਨ ਬਾਦਲ ਸਾਹਿਬ ਲਗਾਉਂਦੇ ਆ, ਸਵੇਰੇ 7 ਵਜੇ ਬੈਠ ਜਾਂਦੇ, ਰਾਤੀ
10-10 ਵਜੇ ਤੱਕ ਸੰਗਤ ਦਰਸ਼ਨ ਚੱਲਦੇ ਹੈ। ਮੈਂ ਖੁਦ ਉਹਨਾਂ ਸੰਗਤ ਦਰਸ਼ਨਾਂ 'ਚ ਬਹੁਤ ਵਾਰੀ ਕਵਰ ਕਰਨ ਗਿਆ। 12 ਵਜੇ ਤੱਕ ਵੀ ਇੱਕ ਵਾਰੀ ਮੈਨੂੰ ਯਾਦ ਹੈ, ਰਾਤ ਦੇ 12 ਵਜੇ ਤੱਕ ਸੰਗਤ ਦਰਸ਼ਨ ਚੱਲਿਆ, ਸਵੇਰੇ 7 ਵਜੇ ਤੋਂ ਲੈ ਕੇ। ਬਹੁਤ ਕਮਿਟਮੈਂਟ ਨਾਲ ਬਾਲ ਸਾਹਿਬ ਬੈਠਦੇ ਸੀ, ਬਹੁਤ ਸਾਰੀਆਂ ਪੰਚਾਇਤਾਂ ਆਉਂਦੀਆਂ ਸੀਗੀਆਂ। ਇਹ ਮੈਂ ਉਹਨਾਂ ਦੀ ਕਮਿਟਮੈਂਟ ਪ੍ਰਤੀ ਕੋਈ ਉਹ ਨਹੀਂ ਕਰਦਾ, ਪਰ ਮੈਂ ਇਹ ਕਹਿਣਾ ਵੀ ਜਦੋਂ ਸਾਨੂੰ 73 ਔਰ 4 2 ਅਮੈਂਡਮੈਂਟਸ ਕਰਕੇ ਲੋਕਾਂ ਨੂੰ ਅਧਿਕਾਰ ਦਿੱਤੇ ਹੋਏ ਨੇ ਕਿ ਲੋਕ ਤੈਅ ਕਰਨ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਤੇ ਉਹ ਸਰਕਾਰਾਂ ਉਪਲਬਧ ਕਰਾਉਣ। ਉਹ ਕਿਉਂ ਤਰੀਕਾਕਾਰ ਕਿਉਂ ਨਹੀਂ ਵਰਤੇ ਜਾ ਰਹੇ? ਸਾਡੇ ਇੱਥੇ ਸਿਸਟਮ ਹੈ ਕਿ ਹਰ 3 ਮਹੀਨੇ ਬਾਅਦ ਲੋਕ ਜਿਹੜੇ ਹੈਗੇ ਨੇ, ਗ੍ਰਾਮ ਸਭਾ ਜਿਹੜੀ ਯਾਨੀ ਲੋਕ, ਪਿੰਡ ਦੇ ਲੋਕ, ਮੈਂ ਪੰਚਾਇਤ ਵੀ ਨਹੀਂ ਕਹਿ ਰਿਹਾ, ਪਿੰਡ ਦੇ ਲੋਕ ਜਿਹੜੇ ਹੈਗੇ ਆ ਉਹ ਬੈਠ ਕੇ ਤੈਅ ਕਰਨਗੇ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਤੇ ਉਸ ਜ਼ਰੂਰਤ ਨੂੰ ਪੂਰਾ ਕਿਵੇਂ ਕੀਤਾ ਜਾਣਾ ਹੈ। ਉੱਥੇ ਆਫੀਸਰ ਬੁਲਾਏ ਜਾਣੇ ਨੇ, ਉਹ ਆਣੇ ਨੇ, ਉਹਨਾਂ ਨੂੰ ਸ਼ਾਮਲ ਹੋਣਾ ਮੈਂਡੇਟਰੀ ਹੈ, ਚਾਹੇ ਵੀਡੀਓ ਹੋਵੇ ਜਾਂ ਕੋਈ ਹੋਰ ਹੋਣ, ਉੱਥੇ ਬੈਠਦੇ ਆ। ਕਰਨਾਟਕ ਤੋਂ ਸਿੱਖ ਲੈਣੇ ਸਿਸਟਮ, ਕੇਰਲਾ ਤੋਂ ਸਿੱਖ ਲੈਣੇ ਸਿਸਟਮ, ਜਿਹੜੇ ਹਰ 3 ਮਹੀਨੇ ਬਾਅਦ ਇਹ ਕਰਦੇ ਆ। ਸਾਡੇ ਵੀ ਇੱਥੇ ਹੁੰਦਾ ਹੈ, ਸਾਡੇ ਪਰ ਕਾਗਜ਼ਾਂ 'ਚ ਹੁੰਦਾ। ਤੁਸੀਂ ਅੱਜ RTI 'ਚ ਲਓ ਵੀ ਕਿ ਤੁਹਾਡਾ ਹੀ ਪਿੰਡ ਜਿਹੜਾ ਹੈਗਾ ਉਹ 'ਚ ਪੁੱਛੋ ਵੀ ਮੇਰੇ ਪਿੰਡ ਕਿੰਨੀ ਵਾਰੀ ਗ੍ਰਾਮ ਸਭਾ ਹੋਈ ਹੈ, ਤਾਂ ਤੁਹਾਨੂੰ ਦੱਸ ਦੇਣਗੇ ਵੀ ਹਰ 3 ਮਹੀਨੇ ਬਾਅਦ ਹੁੰਦੀ ਹੈ, ਪਰ ਉਹ ਸਿਰਫ ਔਰ ਸਿਰਫ ਕਾਗਜ਼ਾਂ 'ਚ ਹੁੰਦੀ ਹੈ। ਤੁਸੀਂ ਕਿਸੇ ਵੀ ਪਿੰਡ 'ਚ ਪੁੱਛ ਲਓ, ਕੋਈ ਗ੍ਰਾਮ ਸਭਾ ਨਹੀਂ ਹੁੰਦੀ। ਮੈਂ ਤੁਹਾਨੂੰ ਇੱਕ ਉਦਾਹਰਣ ਇਸ 'ਚ ਦੇਣਾ ਚਾਹੁੰਦਾ, 2 ਉਦਾਹਰਨਾਂ ਦਊਂਗਾ, ਤੁਹਾਨੂੰ ਥੋੜੀ ਸਿਸਟਮ ਜਿਹਾ ਸਮਝ ਆਏਗਾ। DC ਸੀਗੇ ਕ੍ਰਿਸ਼ਨ ਕੁਮਾਰ ਨਵਾਂ ਸ਼ਹਿਰ ਦੇ ਵਿੱਚ, ਉਹ ਹਰ ਕੰਮ ਜਿਹੜਾ ਸੀਗਾ ਲੋਕਾਂ ਦਾ ਕਰੀ ਜਾਂਦੇ ਸੀ। ਉਹ ਕਹਿੰਦੇ ਵੀ ਸਿਸਟਮ ਏਦਾਂ ਦਾ ਹੀ ਹੋਣਾ ਚਾਹੀਦਾ, ਜਿਹਦਾ ਕੰਮ ਕਰਨਾ ਉਹ ਤੁਰੰਤ ਲੋਕਾਂ ਦਾ ਕੰਮ ਕਰੇ, ਲੋਕਾਂ ਨੂੰ ਇਹਦੇ ਖੱਜਲ ਖੁਆਰੀ ਨਾ ਹੋਵੇ। ਸਾਰੇ ਕੰਮ ਨਿਚਲੇ ਲੈਵਲ ਤੱਕ ਹੀ ਹੁੰਦੇ ਨੇ ਆਮ ਤੌਰ ਤੇ, ਜਿਹੜੇ ਆਪਣੇ ਰੂਟੀਨ ਦੇ ਕੰਮ ਹੈ। ਹਾਂ, ਕੋਈ ਇੰਡਸਟਰੀ ਲਗਵਾਉਣੀ ਆ ਤਾਂ ਹੋ ਸਕਦਾ CM ਕੋਲੇ ਜਾਣਾ ਪਵੇ, ਲੇਕਿਨ ਛੋਟੇ ਛੋਟੇ ਕੰਮ ਜਿਹੜੇ ਨੇ ਉਹ ਤਾਂ DC ਲੈਵਲ ਤੇ ਹੀ ਹੁੰਦੇ, ਉਹ ਕਰ ਦਿੰਦੇ ਸੀਗੇ। ਸਭ ਉਹਨਾਂ ਦੀ ਸ਼ਿਕਾਇਤ ਬਾਲ ਸਾਹਿਬ ਨੂੰ ਕਰ ਦਿੱਤੀ ਗਈ ਕਿ ਇਹਨੂੰ ਹਟਾਇਆ ਜਾਏ। ਇਹ DC MLA ਨੇ ਸ਼ਿਕਾਇਤ ਕੀਤੀ ਕਿ ਇਹ DC ਠੀਕ ਨਹੀਂਗਾ। ਬਾਲ ਸਾਹਿਬ ਨੇ ਕਿਹਾ ਵੀ ਕਿਉਂ ਨਹੀਂ ਠੀਕ ਹੈਗਾ, ਵਧੀਆ ਕੰਮ ਕਰ ਰਿਹਾ ਉਹ ਕਹਿੰਦੇ ਨਹੀਂ, ਇਹਦੇ ਕਰਕੇ ਲੋਕ ਮੇਰੇ ਕੋਲ ਆਉਂਦੇ ਹੀ ਨਹੀਂ, ਮੈਂ ਸਾਰਾ ਦਿਨ ਸਾਰੇ ਖਾਲੀ ਬੈਠਾ ਰਹਿਣਾ। ਤੇ ਯਾਨੀ ਉਹ ਚਾਹੁੰਦੇ ਸੀ ਕਿ ਲੋਕ ਉਹਨਾਂ ਕੋਲੇ ਆਣ ਤੇ ਉਹ DC ਨੂੰ ਫੋਨ ਕਰਨ ਕਿ ਇਹ ਕੰਮ ਕਰ ਦੋ। ਸੇਮ ਹੀ ਇਸੇ ਤਰ੍ਹਾਂ ਦੀ ਇੱਕ ਦੂਜੀ ਉਦਾਹਰਣ ਸੁਰਿੰਦਰ ਸਿੰਗਲਾ ਦੀ ਹੈ। ਜਦੋਂ ਬਠਿੰਡੇ ਤੋਂ MLA ਚੁਣੇ ਗਏ ਤੇ ਬਾਅਦ ਚ ਮੰਤਰੀ ਵੀ ਬਣ ਗਏ, ਫਾਈਨਾਂਸ ਦੇ ਵੀ ਬਣ ਗਏ ਤੇ ਹੈਲਥ ਦੇ ਵੀ ਬਣ ਗਏ, ਤਾਂ ਉਹਨਾਂ ਨੂੰ ਕੰਮ ਜਿਹੜੇ ਬਠਿੰਡਾ ਦੇ ਲੋਕ ਕਹਿੰਦੇ ਹੁੰਦੇ ਸੀਗੇ ਕਿ ਜੀ ਸਾਡੀਆਂ ਗਲੀਆਂ ਨਹੀਂ ਪੱਕੀਆਂ ਹੋ ਰਹੀਆਂ, ਸਾਡੀਆਂ ਨਾਲੀਆਂ ਨਹੀਂ ਸਾਫ਼ ਹੋ ਰਹੀਆਂ, ਸਿੰਗਲਾ ਸਾਹਿਬ ਤੁਹਾਨੂੰ ਕਾਹਦੇ ਵਾਸਤੇ MLA ਬਣਾਇਆ, ਤੁਸੀਂ ਤਾਂ ਕੁਝ ਕਰਦੇ ਹੀ ਨਹੀਂ। ਤਾਂ ਮੈਨੂੰ ਯਾਦ ਹੈ ਮੇਰੇ ਸਾਹਮਣੇ ਹੀ ਉਹਨਾਂ ਨੇ ਇੱਕ ਵਾਰ ਫੋਨ ਕਰਕੇ ਡਾਂਟਿਆ ਵੀ ਯਾਰ ਮੇਰਾ ਕੰਮ ਇੱਥੇ ਵਿਧਾਨ ਸਭਾ 'ਚ ਬੈਠ ਕੇ ਕਾਨੂੰਨ ਬਣਾਉਣਾ ਹੈ, ਨਾ ਕਿ ਨਾਲੀਆਂ ਬਣਵਾਉਣਾ ਹੈ। ਨਾਲੀਆਂ ਬਣਵਾਉਣ ਦਾ ਕੰਮ ਤੁਹਾਡੀ ਨਗਰਪਾਲਿਕਾ ਦਾ ਹੈ, ਤੁਹਾਡੇ MCਆਂ ਦਾ, ਉਹਨਾਂ ਨੂੰ ਕਹੋ ਜਾ ਕੇ। ਵੀ ਸਿਸਟਮ ਸਾਡੇ ਇਸੇ ਤਰ੍ਹਾਂ ਹੀ ਕੋਲੈਪਸ ਹੁੰਦੇ ਜਾ ਰਹੇ ਨੇ। ਆਹ ਵੀ ਸਿਸਟਮ ਕੋਲੈਪਸ ਹੋਣ ਦੀ ਨਿਸ਼ਾਨੀ ਹੈ ਜੇ ਇੱਕ ਚੀਫ ਮਿਨਿਸਟਰ ਇੱਕ ਪਿੰਡ ਦੇ ਵਿੱਚ ਜਾ ਕੇ ਮਿਲ ਨਹੀਂ ਕਰ ਰਿਹਾ। ਇਹ ਬਹੁਤ ਅੱਛਾ ਲੱਗਦਾ ਹੈ ਸੁਣਨ ਨੂੰ ਕਿ ਦੇਖੋ ਜੀ ਚੀਫ ਮਿਨਿਸਟਰ ਜਾ ਰਿਹਾ ਉੱਥੇ ਪਿੰਡ ਦੇ ਵਿੱਚ, ਪਰ ਇਹਨੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਉਸ ਚੀਫ ਮਿਨਿਸਟਰ ਦੇ ਸਿਸਟਮ ਦਾ ਜਿਹੜਾ ਪੂਰਾ ਸਿਸਟਮ ਹੈ, ਪ੍ਰਸ਼ਾਸਨ ਹੈ, ਤੰਤਰ ਹੈ, ਉਹਦੇ ਕੋਲੈਪਸ ਹੋਣ ਦੀ ਨਿਸ਼ਾਨੀ ਹੈ ਜੇ ਇੱਕ ਮੁੱਖ ਮੰਤਰੀ ਨੂੰ ਇੱਕ MCਆਂ ਵਾਲੇ ਜਾਂ ਪੰਚਾਇਤ ਸੈਕਟਰੀਆਂ ਵਾਲੇ ਕੰਮ ਕਰਨ ਲਈ ਉਸ ਪਿੰਡ ਦੇ ਵਿੱਚ ਜਾਣਾ ਪੈ ਰਿਹਾ। ਇੰਦਰਪ੍ਰੀਤ ਜੀ, ਤੁਸੀਂ ਠੀਕ ਕਿਹਾ, ਮੁੱਖ ਮੰਤਰੀ ਪਿੰਡਾਂ ਦੇ ਨੇ, ਪਿੰਡ ਚ ਆਉਣ, ਜੰਮ ਆਉਣ, ਜੀ ਸਦਕੇ ਆਉਣ, ਉਹ ਪਿੰਡ ਚੋਂ ਹੀ ਆਉਂਦੇ ਆ, ਉਹ ਸਤੌਜ ਤੋਂ ਆਉਂਦੇ ਨੇ ਤੇ ਉਹਨਾਂ ਨੂੰ ਪਿੰਡ ਦੀਆਂ ਮੁਸ਼ਕਲਾਂ ਦਾ ਪਤਾ, ਕਿਹੜੀਆਂ ਉਹਨਾਂ ਨੂੰ ਕਿਸੇ ਨੇ ਦੱਸਣ ਜਾਣਾ। ਪਰ ਸਵਾਲ ਇਹ ਹੈ ਕਿ ਜਦੋਂ ਪਿੰਡ ਆਓ ਕੋਈ ਕਾਰਖਾਨਾ ਲਿਆਓ, 50 ਜੀਆਂ ਨੂੰ ਰੁਜ਼ਗਾਰ ਦੇ ਕੇ ਜਾਓ, ਜਿੱਥੇ ਜਾਓ ਤੇ ਉਹ ਪਿੰਡ ਨੂੰ ਵਸਦਾ ਕਰਕੇ ਆਓ। ਪਿੰਡ ਉੱਜੜ ਰਿਹਾ, ਕੁਝ ਲੋਕ ਸ਼ਹਿਰ ਜਾ ਰਹੇ ਰੁਜ਼ਗਾਰ ਲਈ ਤੇ ਕੁਝ ਲੋਕ ਬੱਚਿਆਂ ਨੂੰ ਵਿਦੇਸ਼ ਤੋਰ ਕੇ ਜ਼ਮੀਨਾਂ ਵੇਚਣ ਦੇ ਆਰ 'ਚ ਨੇ। ਮੁੱਖ ਮੰਤਰੀ ਜੀ ਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਹੋਣਾ ਹੀ ਆ ਕਿ ਪਿੰਡ ਹੁਣ ਵੱਧ ਫੁੱਲ ਨਹੀਂ ਰਹੇ, ਔਰ ਜਿਹੜੀਆਂ ਕੋਠੀਆਂ ਚਮਕਦੀਆਂ ਨੇ ਉਹਨਾਂ ਦੇ ਥੱਲੇ ਕਰਜ਼ੇ ਦੀ ਜ਼ਮੀਨ ਹੈ ਤੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਤਕਲੀਫਾਂ ਨੇ, ਜਿੱਥੇ ਆਲੇ ਦੁਆਲੇ 'ਚ ਤੁਸੀਂ ਉਹਨਾਂ ਕੰਧਾਂ ਦੇ ਨਾਲ ਨਸ਼ਿਆਂ ਦਾ ਵਰਤਾਰਾ ਵੇਖ ਸਕਦੇ ਹੋ। ਇਸ ਵੇਲੇ ਸਭ ਤੋਂ ਵੱਡਾ ਸੰਕਟ ਹੈ ਕਿ ਬਹੁਤ ਸਾਰੇ ਬੇਰੁਜ਼ਗਾਰ ਬੱਚੇ ਨਸ਼ੇ 'ਚ ਪੈ ਕੇ ਲੁੱਟ ਖੋਹ 'ਚ ਪੈ ਗਏ ਨੇ। ਇਸ ਵੇਲੇ ਸੁਰੱਖਿਅਤ ਕੋਈ ਨਹੀਂ, ਔਰ ਇਹਦੇ 'ਚ ਦੋਸ਼ ਕਿਸੇ ਇਸ ਸਰਕਾਰ ਦਾ ਨਹੀਂ, ਕਿਸੇ ਪਿਛਲੀ ਸਰਕਾਰ ਦਾ ਨਹੀਂ, ਇੱਕ ਵਰਤਾਰੇ ਦਾ ਹੈ ਜਿਸ ਨੂੰ ਅਸੀਂ ਐਡਰੈਸ ਨਹੀਂ ਕੀਤਾ। ਅਸੀਂ ਹੱਥ ਨੂੰ ਕੰਮ ਨਹੀਂ ਦਿੱਤਾ, ਸਿਰਫ ਸਿਆਸਤ ਕੀਤੀ ਹੈ, ਗਲੀਆਂ ਨਾਲੀਆਂ ਦੀਆਂ ਇੱਟਾਂ ਪੁੱਟ ਸਿੱਧੀਆਂ ਪੁੱਠੀਆਂ ਕਰਦੇ ਰਹੇ, ਉਸ ਤੋਂ ਇਲਾਵਾ ਕੁਝ ਨਹੀਂ ਕੀਤਾ। ਬਿਲਕੁਲ, ਪੰਜਾਬ ਲਗਾਤਾਰ ਗਿਰਾਵਟ ਵੱਲ ਹੈ ਔਰ ਹੁਣ ਪਿੰਡ ਸਰਕਾਰ ਦੀ ਮਿਲਣੀ। ਇਸ ਪ੍ਰੋਗਰਾਮ ਦੇ ਰਾਹੀਂ ਵਾਕਈ ਅਗਰ ਮਹਾਰਾਜਾ ਸਤੂਜ, ਜੋ ਬਾਜਵਾ ਸਾਹਿਬ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਕਹਿੰਦੇ ਨੇ
ਕਿ ਲੋਕਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਉਹਦਾ ਹੱਲ ਕਰ ਪਾਉਂਦੇ ਨੇ, ਤੇ ਇਹ ਇੱਕ ਚੰਗਾ ਇਨੀਸ਼ੀਏਟਿਵ ਸਾਬਿਤ ਹੋ ਸਕਦਾ। ਪਰ ਹਾਂ, ਜੇ ਅਗਰ ਪਿੰਡਾਂ ਦੇ ਵਿੱਚ ਜਾ ਰਹੇ ਨੇ, ਰੋਜ਼ਗਾਰ, ਪਿੰਡ ਦੇ ਪਿੰਡ ਖਾਲੀ ਹੋ ਗਏ। ਅਸੀਂ ਅਕਸਰ ਗੱਲ ਸੁਣਦੇ ਹਾਂ ਪਿੰਡ ਦੇ ਬੱਚੇ ਹੁਣ ਕੈਨੇਡਾ ਜਾਂ ਫਿਰ UK ਸਾਈਡ ਜਾਣ ਲੱਗੇ ਨੇ, ਉਹਨਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ? ਤੇ ਪਿੰਡਾਂ ਦੇ ਵਿੱਚ ਉਹ ਨੁਹਾਰ ਜਿਹੜੀ ਪੰਜਾਬ ਜਿਸ ਨੁਹਾਰ ਦੇ ਉੱਤੇ ਜਾਂ ਜਿਸ ਨੁਹਾਰ ਦੇ ਵਾਸਤੇ ਜਾਣਿਆ ਜਾਂਦਾ ਸੀਗਾ, ਉਹਨੂੰ ਆਪਾਂ ਵਾਪਸ ਕਿੱਦਾਂ ਲੁਟਾਉਣਾ ਹੈ? ਇਹਦੀ ਵੀ ਇੱਕ ਤਰਕੀਬ ਮੁੱਖ ਮੰਤਰੀ ਕੋਲ ਹੋਣੀ ਚਾਹੀਦੀ ਹੈ। ਔਰ ਪਿੰਡਾਂ ਦੇ ਵਿੱਚ ਰੋਜ਼ਗਾਰ ਇਹ ਬਹੁਤ ਵੱਡਾ ਇਸ਼ੂ ਹੈ। ਉਸ ਵੱਡੇ ਇਸ਼ੂ ਨੂੰ ਹੁਣ ਮੁੱਖ ਮੰਤਰੀ ਕਿੱਦਾਂ ਡੀਲ ਕਰਦੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਜਾਣਗੇ, ਤੇ ਉਹਦਾ ਕੀ ਅਨਾਉਂਸਮੈਂਟ ਕਰਦੇ ਨੇ, ਕੀ ਗੱਲਾਂ ਕਰਦੇ ਨੇ, ਉਹਦੇ ਉੱਤੇ ਵੀ ਸਾਡੀ ਨਜ਼ਰ ਰਹੇਗੀ। ਵੈਸੇ ਤਾਂ ਭਾਸਕਰ ਸਾਹਿਬ, ਪਿੰਡਾਂ ਚੋਂ ਆਇਆ ਬੰਦਾ ਜਦੋਂ ਸਕੱਤਰੇਤ ਦੇ ਵਿੱਚ ਹੈ ਤੇ ਉਹਨੂੰ ਸਕੱਤਰੇਤ ਦੇ ਵਿੱਚ ਬੈਠ ਕੇ ਪਿੰਡ ਸੋਹਣਾ ਕਰਨ ਲਈ ਦੂਰੋਂ ਦੇਖਣਾ ਚਾਹੀਦਾ ਪਿੰਡ, ਕਿਉਂਕਿ ਭਗਵੰਤ ਮਾਨ 100 ਪਿੰਡ ਦਾ ਵੀ ਗੇੜਾ ਮਾਰ ਲੈਣ, ਉਹਦੇ ਨਾਲ ਪਿੰਡ ਨਹੀਂ ਬਦਲ ਜਾਣੇ। ਇੰਦਰਪ੍ਰੀਤ ਜੀ, ਕੁਝ ਕਹਿਣਾ ਚਾਹ ਰਹੇ ਹੋ? ਮੈਂ ਇਹਦੇ 'ਚ ਇਹ ਗੱਲ ਕਰ ਰਿਹਾ, ਜਿਹੜੀ ਹੁਣੀ ਭਾਸਕਰ ਸਾਹਿਬ ਨੇ ਗੱਲ ਕੀਤੀ ਜਾਂ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਜਾ ਕੇ ਸਮੱਸਿਆਵਾਂ ਨੂੰ ਦੇਖਣਗੇ। ਮੈਂ ਕਹਿ ਰਿਹਾ ਵੀ ਸਮੱਸਿਆ ਤਾਂ ਸਾਰੀ ਜਿਹੜੀ ਹੈਗੀ ਆ ਉਹ ਲੋਕਾਂ ਦੀ ਹੈ ਤੇ ਲੋਕਾਂ ਨੂੰ ਪਤਾ ਹੈ। ਮੈਂ ਕਹਿ ਰਿਹਾ ਵੀ ਉਸ ਸਮੱਸਿਆ ਨੂੰ ਸੁਣਨ, ਜਿਹੜਾ ਉਹਦਾ ਹੱਲ ਵੀ ਹੈ ਉਹ ਲੋਕਾਂ ਕੋਲ ਹੀ ਹੈ, ਪਰ ਹੱਲ ਉਦੋਂ ਹੋਊਗਾ ਜਦੋਂ ਗ੍ਰਾਮ ਸਭਾਵਾਂ ਹੋਣਗੀਆਂ। ਸਾਡੇ ਉਹ ਸਿਸਟਮ ਹੀ ਨਹੀਂ ਹੈ। ਇਹ ਸਿਸਟਮ ਮੁੱਖ ਮੰਤਰੀ ਨੇ ਬਣਾਉਣਾ ਹੈ। ਮੈਨੂੰ ਲੱਗਦਾ ਕਿ ਜਾ ਕੇ ਅਗਰ ਉਹਨਾਂ ਨੇ ਜਾਣਾ ਹੈ ਤਾਂ ਇਹ ਤੈਅ ਕਰਨ ਕਿ ਵੀ ਮੈਂ ਇਹ ਸਿਸਟਮ ਸ਼ੁਰੂ ਕਰਨ ਲੱਗਿਆ, ਪਹਿਲੀ ਸ਼ੁਰੂਆਤ ਮੈਂ ਕਰੂੰਗਾ, ਆਪਣੇ ਪਿੰਡ ਤੋਂ ਕਰੂੰਗਾ। ਜਿਹੜਾ ਰੂਰਲ ਡਿਵੈਲਪਮੈਂਟ ਮਿਨਿਸਟਰ ਹੈ ਉਹ ਆਪਣੇ ਪਿੰਡ ਤੋਂ ਕਰੇ, ਔਰ ਇਸ ਗੱਲ ਨੂੰ ਯਕੀਨੀ ਬਣਾਏ ਕਿ ਹਰ 3 ਮਹੀਨੇ ਬਾਅਦ ਇਸ ਹੋਏਗੀ ਸਮੱਸਿਆ, ਜਿਹੜਾ ਗ੍ਰਾਮ ਸਭਾ ਹੋਏਗੀ, ਤੇ ਪੂਰੇ ਦਾ ਪੂਰਾ ਜਿਹੜਾ ਇਕੱਲੇ ਕਾਗਜ਼ਾਂ 'ਚ ਨਹੀਂ ਹੋਊਗਾ, ਇਹ ਪ੍ਰੈਕਟੀਕਲ ਤੌਰ ਤੇ ਹੋਊਗਾ। ਤੁਸੀਂ ਦੇਖਿਓ ਕਿੱਡੀਆਂ ਵੱਡੀਆਂ ਸਮੱਸਿਆਵਾਂ ਹੱਲ ਹੋ ਜਾਣੀਆਂ ਨੇ, ਕਿੰਨੇ ਵੱਡੀਆਂ ਤਰੀਕੇ ਆਪਣੇ ਆਪ ਹੀ ਆ ਜਾਣੇ ਨੇ। ਤੁਸੀਂ ਮੇਰੇ ਕਹੇ ਤੇ ਤੁਸੀਂ ਦੋਨੋਂ, ਮੈਂ ਤੁਹਾਨੂੰ ਇੱਕ ਆਫਰ ਕਰਦਾ ਤੇ ਤੁਹਾਡੇ ਰਾਹੀਂ ਬਾਕੀਆਂ ਨੂੰ ਵੀ ਆਫਰ ਕਰ ਰਿਹਾ ਵੀ ਤੁਸੀਂ 2 ਪਿੰਡ ਜ਼ਰੂਰ ਦੇਖਿਓ। ਇੱਕ ਮਾਨਸਾ ਕੋਲੇ ਤਾਮਕੋਟ ਪਿੰਡ ਹੈ, ਇੱਕ ਆਪਣੇ ਖਰੜ ਕੋਲੇ ਖੇੜੀ ਵੀਰ ਸਿੰਘ ਪਿੰਡ ਹੈ। ਇਹ ਪਿੰਡਾਂ ਨੂੰ ਦੇਖਿਓ ਵੀ ਉਹਨਾਂ ਨੇ ਕਿਵੇਂ ਮਤਲਬ ਮਨਰੇਗਾ ਦੇ ਪੈਸੇ ਲਿਆ ਕੇ ਉਸ ਪਿੰਡ ਦੇ ਵਿੱਚ ਕੀ ਅੱਜ ਨਹੀਂ ਹੈਗਾ। ਮੁੰਡੇ ਜਦੋਂ ਸ਼ਾਮ ਨੂੰ 3 ਸਟੇਡੀਅਮ ਉਹਨਾਂ ਨੇ ਬਣਾ ਲਏ, ਜਦੋਂ ਸ਼ਾਮ ਨੂੰ ਉੱਥੇ ਪੂਰੀ ਰੌਣਕ ਲੱਗੀ ਹੁੰਦੀ ਹੈ, ਆਸ-ਪਾਸ ਦੇ ਵੀ ਪਿੰਡਾਂ ਦੇ ਬੱਚੇ ਆਏ ਹੁੰਦੇ ਨੇ, ਤਾਂ ਦੇਖ ਕੇ ਲੱਗਦਾ ਕਿ ਹਾਂ ਇਹ ਪਿੰਡ ਲੋਕਾਂ ਨੇ ਵਸਾ ਲਿਆ। ਤੇ ਦੂਜੇ ਪਾਸੇ ਬਹੁਤ ਸਾਰੇ ਹੋਰ ਪਿੰਡਾਂ ਨੂੰ ਜਿਨ੍ਹਾਂ ਨੂੰ ਮੈਂ ਮਤਲਬ ਬਾਦਲ ਸਾਹਿਬ ਦੇ ਪਿੰਡਾਂ 'ਚ ਹੀ ਦੇਖਿਆ, ਕਰੋੜਾਂ ਰੁਪਏ ਦੀ ਗ੍ਰਾਂਟ ਗਈ ਹੈ। ਇੱਕ ਪਿੰਡ ਨੂੰ ਕਰੋੜ ਰੁਪਏ ਦੀ ਗ੍ਰਾਂਟ ਹਰ ਸਾਲ। ਤੁਸੀਂ ਦੇਖੋ ਵੀ ਉਸ ਪਿੰਡਾਂ ਦੇ ਵਿੱਚ ਵੀ ਉਹ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਇਹਨਾਂ 2 ਪਿੰਡਾਂ ਨੇ ਬਣਾ ਲਈਆਂ। ਤਾਮਕੋਟ ਦੀ ਮੈਂ ਉਦਾਹਰਣ ਤੁਹਾਨੂੰ ਬਾਰ-ਬਾਰ ਦਿੰਦਾ ਕਿ ਤਾਮਕੋਟ 'ਚ ਹਰ 3 ਮਹੀਨੇ ਬਾਅਦ, ਜਦ ਤੱਕ ਮੈਂ ਜਾਂਦਾ ਹੁੰਦਾ ਸੀ ਉਦੋਂ ਤੱਕ ਹੁੰਦੀ ਸੀ, ਹੁਣ ਮੈਨੂੰ ਨਹੀਂ ਪਤਾ ਕਿ ਹੁਣ ਕੀ ਹਾਲ ਹੈ, ਲੇਕਿਨ ਤਾਮਕੋਟ ਪਿੰਡ ਜਿਹੜਾ ਮਾਨਸਾ ਕੋਲ ਹੈਗਾ, ਤੁਸੀਂ ਜਾ ਕੇ ਦੇਖੋ, ਉੱਥੇ ਹਰ 3 ਮਹੀਨੇ ਬਾਅਦ ਜਿਹੜੀ ਹੈਗੀ ਹੈ ਉਹ ਬਜਟ ਪੇਸ਼ ਕਰਦੇ ਸੀਗੇ। ਹਰ ਵਾਰੀ ਬਜਟ ਪੇਸ਼ ਕਰਦੇ ਸੀ। ਇਹ ਤੁਸੀਂ ਮੈਨੂੰ ਦੱਸੋ ਵੀ ਕਿਹੜੇ ਪਿੰਡ ਨੇ ਅੱਜ ਤੱਕ, ਜਾਂ ਪਿੰਡ ਛੋੜਾ ਸ਼ਹਿਰ ਨੇ, ਕਿਹਨੇ ਅੱਜ ਤੱਕ ਬਜਟ ਪੇਸ਼ ਕੀਤਾ ਕਿ ਸਾਡੇ ਪਿੰਡ 'ਚ ਅਗਲੇ ਸਾਲ 1 ਕਰੋੜ ਰੁਪਇਆ ਖਰਚ ਹੋਊਗਾ ਔਰ ਇਹ ਵਾਲਾ 1 ਕਰੋੜ ਰੁਪਇਆ ਅਸੀਂ ਫਲਾਣੀ ਮਦਦ ਚੋਂ ਲੈ ਕੇ ਆਵਾਂਗੇ। ਉਹਨਾਂ ਪਿੰਡਾਂ ਨੇ ਤਾਂ ਟੈਕਸ ਲਗਾਤਾ। ਅੱਜ ਤੱਕ ਉਹ ਟੈਕਸ ਦੇ ਉੱਤੇ ਇਹ ਸਰਕਾਰ, ਕੈਪਟਨ ਸਰਕਾਰ, ਹੁਣ ਇਹ ਤੀਸਰੀ ਸਰਕਾਰ ਆ ਗਈ, ਹਜੇ ਤੱਕ ਕੋਈ ਫੈਸਲਾ ਨਹੀਂ ਲੈ ਸਕੀ ਹੈ ਕਿ ਜਿਹੜੀ ਪਿੰਡ ਦੇ ਵਿੱਚ ਖਾਦਿਆਨ ਵਿਕੂਗਾ, ਫਸਲ ਵਿਕੂਗੀ, ਉਹਦਾ 0.25% ਉਹਨਾਂ ਨੂੰ ਚਾਹੀਦਾ ਹੈ ਉਸ ਪਿੰਡ ਨੂੰ, ਕਿਉਂਕਿ ਉਸ ਪਿੰਡ ਨੇ ਆਪਣੀ 5 ਕਿੱਲੇ ਜ਼ਮੀਨ ਇਸ ਮੰਡੀ ਨੂੰ ਬਣਾਉਣ ਵਾਸਤੇ ਦਿੱਤੀ ਹੈ। ਇਸ ਤਰ੍ਹਾਂ ਦੇ ਫੈਸਲੇ, ਅਸਲ 'ਚ ਇਹ ਰੰਧਾਵਾ ਦਾ ਡਰ ਹੈ ਕਿ ਜੇ ਪਿੰਡ ਇਸ ਤਰ੍ਹਾਂ ਦੇ ਫੈਸਲੇ ਲੈਣ ਲੱਗ ਗਏ ਤਾਂ ਯਾਰ ਫਿਰ ਉਹ ਸਾਰਾ ਪੈਸਾ ਤਾਂ ਫਿਰ ਇਹਨਾਂ ਕੋਲ ਹੀ ਚਲਾ ਜਾਊਗਾ। ਸਾਡੇ ਕੋਲ ਅਸੀਂ ਕਿਵੇਂ ਵੰਡਾਂਗੇ ਬਾਦਸ਼ਾਹਾਂ ਵਾਂਗੂ? ਇਹ ਸਾਡੇ ਕੋਲ ਸਿਸਟਮ ਹੀ ਨਹੀਂ ਰਹਿਣਾ। ਇਹ ਤਾਂ ਲੋਕ ਆਪਣੇ ਆਪ ਹੀ ਆਪਣੇ ਹੱਥ 'ਚ ਲੈ ਲੈਣਗੇ। ਪੋਲੀਟੀਸ਼ੀਅਨ ਕਮਾਂਡ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਦੇਣਾ ਹੀ ਨਹੀਂ ਚਾਹੁੰਦਾ। ਸ਼ਕਤੀ ਉਹਨਾਂ ਤੋਂ ਲੈ ਰਿਹਾ ਹੈ ਪਰ ਕਮਾਂਡ ਉਹਨਾਂ ਨੂੰ ਨਹੀਂ ਦੇਣਾ ਚਾਹੁੰਦਾ। ਮੇਰੀ ਗਰਜ ਸਿਰਫ ਇੰਨੀ ਹੈ। ਇਸ ਗੱਲ ਨੂੰ ਜਿੰਨੀ ਮਰਜ਼ੀ ਲੰਬੀ ਖਿੱਚ ਲਈਏ, ਖਤਮ ਹੋਣ ਵਾਲੀ ਨਹੀਂ ਹੈ, ਕਿਉਂਕਿ ਇਹ ਲੋਕਾਂ ਦਾ ਰਾਈਟ ਹੈ। ਜਿਹੜਾ ਪੈਸਾ ਜਾ ਕੇ ਪੋਲੀਟੀਸ਼ੀਅਨ ਖਰਾਤ ਵਜੋਂ ਦਿੰਦੇ ਆ, ਇਹ ਲੋਕ ਜਿਸ ਦਿਨ ਉੱਠ ਕੇ ਕਿ ਤੂੰ ਕੌਣ ਹੈ ਮੈਨੂੰ ਪੈਸੇ ਦੇਣ ਵਾਲਾ, ਇਹ ਸਵਾਲ ਉਸ ਦਿਨ ਲੋਕਤੰਤਰ ਦੇ ਖੂਬਸੂਰਤ ਹੋਣ ਦਾ ਵੀ ਬਣ ਜਾਣਾ। ਫਿਰ ਉਹ ਆਪਣੇ ਬੰਦੇ ਵਿਧਾਨ ਸਭਾ 'ਚ ਇਸ ਕਰਕੇ ਭੇਜਿਆ ਕਰਨਗੇ ਕਿ ਆ ਸਿਆਣਾ ਬੰਦਾ ਜਾ ਕੇ ਉੱਥੇ ਕੋਈ ਵਧੀਆ ਕਾਨੂੰਨ ਬਣਾਊਗਾ ਇਸ ਸਟੇਟ ਲਈ, ਜਿਹਦੀ ਅਸੀਂ ਵਰਤੋਂ ਕਰਾਂਗੇ, ਉਹਨਾਂ ਦਾ ਰਾਈਟ ਬਣੂਗਾ। ਸੋ ਰਾਈਟ ਜਿਹੜੇ ਮਿਲੇ ਹੋਏ ਆ, ਉਹ ਰਾਈਟ ਤਹਿਤ ਮਨਰੇਗਾ ਹੈ, RTI ਹੈ, ਜਿਹੜੇ ਆਪਣਾ ਪਿੰਡ ਦੇ ਅਜਲਾਸ ਨੇ, ਇਹ ਸਾਰੇ ਮਿਲੇ ਹੋਏ ਅਧਿਕਾਰ ਨੇ ਜਿਹਦੇ ਵਿੱਚ ਫੈਸਲੇ ਹੁੰਦੇ ਨੇ। ਪਰ ਜਦੋਂ ਕੋਈ ਵੀ ਆਣ ਕੇ ਸੱਥ ਵਿੱਚ ਖਲੋ ਕੇ ਕਿਸੇ ਘਰ 'ਚ ਬਹਿ ਕੇ ਕਿਸੇ ਸਮਾਗਮ ਦੇ ਵਿੱਚ ਚੈੱਕ ਵੰਡਦਾ ਹੈ, ਲੋਕ ਕਹਿੰਦੇ
ਫਲਾਣਾ ਪੁਲ ਫਲਾਣੇ ਮੰਤਰੀ ਨੇ ਬਣਾਇਆ, ਫਲਾਣੀ ਸੜਕ ਫਲਾਣੇ ਐਮਐਲਏ ਨੇ ਬਣਾਈ, ਤੇ ਫਲਾਣੀ ਧਰਮਸ਼ਾਲਾ ਫਲਾਣੇ ਨੇ ਬਣਾਈ, ਆ ਸਾਨੂੰ ਮੁੱਖ ਮੰਤਰੀ ਦੇ ਗਿਆ ਸੀ, ਆ ਸਾਨੂੰ ਮੰਤਰੀ ਦੇ ਗਿਆ ਸੀ। ਭਾਸਕਰ ਸਾਹਿਬ ਅੱਗੇ ਚੱਲਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਜਿਹੜਾ ਅਜਲਾਸ ਬੁਲਾਇਆ, ਉਹਦੇ ਵਿੱਚ ਜਿਹੜਾ ਸਰਕਾਰ ਵੱਲੋਂ ਲਿਆਂਦਾ ਗਿਆ ਸੋਧ ਬਿੱਲ ਆ ਉਹਨੂੰ ਪੂਰੀ ਤਰ੍ਹਾਂ ਰੱਦ ਕਰਤਾ, ਔਰ ਨਾਲ ਹੀ ਚੇਤਾਵਨੀ ਦਿੱਤੀ ਇਹਨੂੰ ਵਾਪਸ ਲਓ, ਮੰਗ ਵੀ ਕੀਤੀ ਆ ਔਰ ਅਲਟੀਮੇਟਮ ਵੀ ਦਿੱਤਾ, ਤੇ ਨਾਲ ਹੀ ਇੱਕ ਥ੍ਰੈਟ ਆ, ਇੱਕ ਚੇਤਾਵਨੀ ਆ, ਔਰ ਅਸੀਂ ਇਹ ਜੇ ਤੁਸੀਂ ਨਹੀਂ ਕਰਦੇ ਤਾਂ ਮਜਬੂਰ ਹੋਵਾਂਗੇ ਅਸੀਂ ਮੋਰਚਾ ਲਾਉਣ ਲਈ। ਮੋਰਚਾ ਸਿੱਧੇ ਸ਼ਬਦਾਂ 'ਚ ਕਿਹਾ ਜਾ ਰਿਹਾ, ਲੇਕਿਨ ਇਹ ਅਕਾਲ ਤਖਤ ਸਾਹਿਬ ਤੋਂ ਰੋਜ਼ ਇੱਕ ਜਥਾ ਚੱਲਿਆ ਕਰੂਗਾ। ਮੁੱਢਲੇ ਤੌਰ ਦੇ ਉੱਤੇ ਉਹਨਾਂ ਨੇ ਜਿਹੜੇ ਸੰਕੇਤ ਦਿੱਤੇ ਆ, ਇਹ ਬੜਾ ਵੱਡਾ ਸਵਾਲ ਹੈ। ਪਰ ਇਹਦਾ ਨਾਲ ਨਾਲ ਮੰਥਨ ਵੀ ਹੋ ਰਿਹਾ ਕਿ ਜੇਕਰ ਫਿਰ ਵੀ ਸਰਕਾਰ ਟਸ ਤੋਂ ਮਸ ਨਹੀਂ ਹੁੰਦੀ, ਜਿਵੇਂ ਕੱਲ ਭਗਵੰਤ ਮਾਨ ਫਿਰ ਹਮਲਾਵਰ ਹੋਇਆ, ਤੇ ਉਸ ਤੋਂ ਬਾਅਦ ਅਕਾਲੀ ਦਲ ਕੀ ਆਪਣੀ ਉਸ ਪਿੱਚ ਤੇ ਉਸ ਤਰੀਕੇ ਨਾਲ ਲਗਾਤਾਰ ਮੇਨਟੇਨ ਕਰ ਪਾਊਗਾ? ਲੋਕਾਂ ਦਾ ਉਤਸ਼ਾਹ, ਅਕਾਲੀ ਵਰਕਰਾਂ ਦਾ ਹਲਕਾ ਵਾਈਜ਼, ਔਰ ਫਿਰ ਉਸ ਤੋਂ ਬਾਅਦ ਕੀ ਹੋਏਗਾ? ਕਿੰਨੀ ਦੇਰ ਤੱਕ? ਕੀ ਇਹ ਪਾਰਲੀਮਾਨੀ ਇਲੈਕਸ਼ਨਸ ਤੱਕ ਹੀ ਚੱਲੂਗਾ ਜਾਂ ਇਸ ਤੋਂ ਬਾਅਦ ਵੀ ਚੱਲਦਾ ਰਹੇਗਾ? ਔਰ ਕਿੰਨਾ ਲੋਕਾਂ ਦਾ ਸਮਰਥਨ ਹਾਸਲ ਹੋਊਗਾ ਉਦੋਂ ਜਦੋਂ ਕਿ ਉਹ ਚੈਨਲ ਜਿਹੜਾ ਗੁਰਬਾਣੀ ਪ੍ਰਸਾਰਨ ਕਰ ਰਿਹਾ, ਗੁਰਬਾਣੀ ਦਾ ਪ੍ਰਸਾਰਨ ਕਰ ਰਿਹਾ, ਉਹਦੇ ਵੱਲੋਂ ਵੀ ਹਲਕੇ ਜਿਹੇ ਤਰੀਕੇ ਨਾਲ ਇਹ ਗੱਲ ਵਧਾਈ ਗਈ ਆ ਕਿ ਅਸੀਂ ਪਿਛਾਂਹ ਹੋਣ ਲਈ ਤਿਆਰ ਆ। ਇਹਦਾ ਮਤਲਬ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਖੜੇ ਨੇ ਕਿ ਹੁਣ ਅਸੀਂ ਗੁਰਬਾਣੀ ਪ੍ਰਸਾਰਨ ਦੇ ਮਾਮਲੇ 'ਚ ਲੋਕ ਭਾਵਨਾ ਦੀ ਕਦਰ ਕਰਾਂਗੇ। ਪਰ ਕੱਲ ਭਗਵੰਤ ਮਾਨ ਪੁੱਛਦੇ ਸੀ ਕਿ ਜਿਹੜਾ ਮੁੱਦਾ ਉਹ ਕਿੱਥੇ ਗਿਆ? ਗੁਰਬਾਣੀ ਪ੍ਰਸਾਰਨ ਤੇ ਕੀ ਫੈਸਲਾ ਲਿਆ ਤੁਸੀਂ? ਇਹ ਵੀ ਬੜਾ ਲੱਖ ਟਕੇ ਦਾ ਸਵਾਲ ਆ ਕਿ ਉਹਦੇ ਉੱਤੇ ਫੈਸਲਾ ਸਬ ਕਮੇਟੀ ਕਰੂਗੀ ਜਿਹੜੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤੇ ਬਣੀ ਆ। ਬਹੁਤ ਜਲਦੀ ਸ਼ਾਇਦ ਇਸੇ ਹਫਤੇ 'ਚ ਇਸ ਤਰ੍ਹਾਂ ਦਾ ਕੋਈ ਫੈਸਲਾ ਵੀ ਆਵੇ ਕਿ ਸ਼੍ਰੋਮਣੀ ਕਮੇਟੀ ਆਪਣਾ YouTube ਚੈਨਲ ਤੇ ਉਸ ਤੋਂ ਬਾਅਦ ਸੈਟੇਲਾਈਟ ਚੈਨਲ ਸਥਾਪਿਤ ਕਰ ਜਾਵੇ। ਕੱਲ ਜਦ ਜਨਰਲ ਇਜਲਾਸ ਐਸਜੀਪੀਸੀ ਦਾ ਹੋ ਰਿਹਾ ਸੀ, ਉਸ ਤੋਂ ਪਹਿਲੇ ਕਾਫੀ ਸਾਰੀ ਅਟਕਲਾਂ ਲੱਗ ਰਹੀ ਸੀ ਵੀ ਹੋਏਗਾ ਕੀ। ਔਰ ਮੈਨੂੰ ਇਹ ਲੱਗਦਾ ਹੈ ਕਿ ਜੋ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਡਿਸਕਸ਼ਨ ਕੀਤੀ ਸੀ, ਮੋਰਚੇ ਦੀ ਗੱਲ ਕੀਤੀ ਸੀ, ਔਰ ਐਸਜੀਪੀਸੀ ਖਾਸ ਕਰਕੇ ਗੁਰਬਾਣੀ ਤੇ ਪ੍ਰਸਾਰਣ ਦੇ ਮੁੱਦੇ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਬਹੁਤਾ ਕੁਝ ਨਹੀਂ ਕਹੇਗੀ, ਐਦਾਂ ਹੀ ਹੋਇਆ। ਕੱਲ ਉਸ ਮੀਟਿੰਗ ਦੇ ਵਿੱਚ ਕੁਝ ਐਸਜੀਪੀਸੀ ਮੈਂਬਰਾਂ ਨੇ, ਜਿਹਦੇ ਵਿੱਚ ਕਿਰਨਜੋਤ ਕੌਰ ਹੋਏ, ਬੀਬੀ ਜਗੀਰ ਕੌਰ ਹੋਏ, ਉਹਨਾਂ ਨੇ ਗੱਲ ਤੇ ਸ਼ੁਰੂ ਕੀਤੀ ਕਿ ਪ੍ਰਸਾਰਣ ਦੇ ਮੁੱਦੇ ਤੇ ਤੁਸੀਂ ਕੀ ਕਹਿਣਾ। ਜਦੋਂ ਹੀ ਬੀਬੀ ਜਗੀਰ ਕੌਰ ਨੇ ਇਹ ਗੱਲ ਕਹੀ ਕਿ ਮੈਂ 2 ਹੁਕੂਮਤੇ ਪਾਸ ਕਰਾਣੇ ਪ੍ਰਧਾਨ ਜੀ ਤੁਹਾਡੀ ਇਜਾਜ਼ਤ ਨਾਲ, ਤੁਹਾਡੀ ਮਨਜ਼ੂਰੀ ਨਾਲ, ਤੇ ਨਾਲ ਹੀ ਧਾਮੀ ਸਾਹਿਬ ਨੇ ਮਨਾ ਕਰਤਾ ਸੀ ਔਰ ਕੁਝ ਆਵਾਜ਼ਾਂ ਭਾਵੇਂ ਮਾਈਕ ਮਿਊਟ ਕਰ ਦਿੱਤੇ ਗਏ ਸੀ ਔਰ ਬੀਬੀ ਜਗੀਰ ਕੌਰ ਇਹ ਕਹਿੰਦੀ ਹੋਈ ਸੁਣੀ ਗਈ ਵੀ ਤੁਸੀਂ ਪ੍ਰਸਾਰਣ ਦੇ ਮੁੱਦੇ ਤੇ ਕੀ ਕਹਿ ਰਹੇ ਹੋ। ਹੁਣ ਐਸਜੀਪੀਸੀ ਇਸ ਗੱਲ ਨੂੰ ਕਲੀਅਰ ਕਰੇ ਕਿ ਤੁਸੀਂ ਇਹ ਜਿਹੜਾ ਚੈਨਲ ਹੈਗਾ ਸ਼ੁਰੂ ਕਰੋਗੇ ਜਾਂ ਨਹੀਂ ਕਰੋਗੇ। ਐਸਜੀਪੀਸੀ ਆਪਣਾ ਚੈਨਲ ਕਿੰਨੇ ਦਿਨਾਂ ਦਾ ਸ਼ੁਰੂ ਕਰੇਗੀ? ਕਿਰਨਜੋਤ ਉਹਨਾਂ ਨੇ ਇੱਕ ਗੱਲ ਕੀਤੀ, ਭਾਸਕਰ ਸਾਹਿਬ, ਬੀਬੀ ਜਗੀਰ ਕੌਰ ਨੇ ਇਸ ਮਤੇ ਨੂੰ ਕਿ ਮੈਂ ਸਮੂਹ ਹਾਊਸ ਮੈਂਬਰਾਂ ਦੇ ਸਾਹਮਣੇ ਮਤਾ ਰੱਖਣਾ ਚਾਹੁੰਦੀ ਹਾਂ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ, ਮੈਂ ਚਾਹੁੰਦੀ ਹਾਂ ਕਿ ਤੁਸੀਂ ਬਾਹਾਂ ਖੜੀਆਂ ਕਰਕੇ ਮੇਰਾ ਸਮਰਥਨ ਕਰੋ। ਇਹਦੇ ਵਿੱਚ ਇੰਟਰਫੇਰੈਂਸ ਕੀਤੀ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿ ਤੁਸੀਂ ਇੰਜ ਨਹੀਂ ਲਿਆ ਸਕਦੇ, ਤੁਸੀਂ ਇਹ ਮਤੇ ਮੈਂ ਹੀ ਲਿਆ ਸਕਦਾ, ਔਰ ਤੁਸੀਂ 3 ਵਾਰੀ ਪ੍ਰਧਾਨ 4 ਵਾਰੀ ਰਹੇ ਹੋ, ਤੁਹਾਨੂੰ ਮਰਿਆਦਾ ਦਾ ਪਤਾ, ਇਸ ਕਰਕੇ ਇਹ ਸਿਰਫ ਤੇ ਸਿਰਫ ਚੇਅਰ ਨੂੰ ਹੀ ਇਸ ਤਰ੍ਹਾਂ ਦੀ ਅਧਿਕਾਰ ਨੇ ਕਿ ਉਹ ਅੱਗੇ ਕਰ ਸਕੇ। ਸੋ ਉਹ ਗੱਲਾਂ ਰੌਲੇ ਰੱਪੇ ਚਲੇ ਗਈਆਂ। ਤੁਸੀਂ ਗੱਲ ਕਿਰਨਜੋਤ ਦੀ ਕਰ ਰਹੇ ਚੇਅਰ ਨੂੰ ਅਧਿਕਾਰ ਸੀਗਾ, ਪਰ ਧਾਮੀ ਉਹਨਾਂ ਇਸ ਮੁੱਦੇ ਤੇ ਆਖਿਰ ਤੱਕ ਚੁੱਪ ਹੀ ਰਹੇ। ਹੁਣ ਮੋਰਚਾ ਲਾਉਣ ਦੀ ਗੱਲ ਕੀਤੀ ਉਸ ਰੈਜ਼ੋਲੂਸ਼ਨ ਦੇ ਵਿੱਚ ਕਿ ਅਸੀਂ ਵਿਰੋਧ ਕਰਦੇ ਹਾਂ ਸਰਕਾਰ ਦੇ ਉਸ ਗੁਰਦੁਆਰਾ ਅਮੈਂਡਮੈਂਟ ਬਿੱਲ 2023 ਦਾ। ਉਹ ਵਿਰੋਧ ਤੇ ਅਸੀਂ ਪਹਿਲੇ ਵੀ ਕਰ ਰਹੇ ਸੀਗੇ। ਕੱਲ ਦੇ ਵਿਰੋਧ ਦੇ ਵਿੱਚ ਮੋਰਚੇ ਲਾਉਣ ਦੀ ਗੱਲਾਂ ਕੀਤੀ, ਮੋਰਚੇ ਦੀ ਕੋਈ ਡੇਟ ਨਹੀਂ ਦਿੱਤੀ ਗਈ ਕਦੋਂ ਇਹ ਮੋਰਚਾ ਸ਼ੁਰੂ ਹੋਏਗਾ। ਔਰ ਇਹ ਵੀ ਕਿਹਾ ਗਿਆ ਕਿ 117 ਹਲਕੇ ਦੇ ਵਿੱਚ ਹਲਕਾ ਇੰਚਾਰਜ, ਉਹ ਹਲਕਾ ਇੰਚਾਰਜ ਅਕਾਲੀ ਦਲ ਦੇ ਹਲਕੇ ਇੰਚਾਰਜ ਦੀ ਗੱਲ ਕਰ ਰਹੇ ਸੀ, ਉਹ ਲੈ ਕੇ ਇੱਕ ਜਗ੍ਹਾ ਜਾਣਗੇ, ਉੱਥੇ ਏਦਾਂ ਕਰਾਂਗੇ, ਅਕਾਲ ਤਖਤ ਤੋਂ ਸ਼ੁਰੂ ਹੋਏਗਾ। ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਚੀਜ਼ ਕੱਲ ਸ਼ੁਰੂ ਵੀ ਕੀਤੀ ਹੈ ਉਹਨਾਂ ਨੇ, ਮੋਰਚਾ ਇੱਕ ਆਖਰੀ ਤੀਰ ਸੀਗਾ ਐਸਜੀਪੀਸੀ ਕੋਲ, ਕੱਲ ਆਖਰੀ ਤੀਰ ਛੱਡਤਾ। ਉਹ ਤੀਰ ਨਿਸ਼ਾਨੇ ਤੇ ਜਾ ਕੇ ਲੱਗੇਗਾ ਨਹੀਂ ਲੱਗੇਗਾ ਇਹਦੇ ਉੱਤੇ ਹਜੇ ਕਈ ਕਿੰਤੂ ਪਰੰਤੂ ਹੈਗਾ। ਜੇ ਇਸ ਮੋਰਚੇ ਦੇ ਵਿੱਚ ਬਿਖਰਾਵ ਆ ਗਿਆ, ਕਿਉਂਕਿ ਕੱਲ ਦੀ ਐਸਜੀਪੀਸੀ ਦੇ ਜਨਰਲ ਹਾਊਸ ਦੇ ਵਿੱਚ ਇੱਕ ਬਿਖਰਾਵ ਤੇ ਦੇਖਿਆ ਗਿਆ ਸੀ ਜਦ ਐਸਜੀਪੀਸੀ ਪ੍ਰਸਾਰਣ ਦੇ ਮੁੱਦੇ ਤੇ ਜਿਹੜੀ ਜੜ ਹੈਗੀ ਹੈ ਉਸ ਅਮੈਂਡਮੈਂਟ ਬਿੱਲ ਦੀ, ਉਸ ਮੁੱਦੇ ਤੇ ਬਿਲਕੁਲ ਚੁੱਪ ਰਹੇ। ਹਾਲਾਂਕਿ ਇਹ ਸਟ੍ਰੈਟਜੀ ਵੀ ਹੋ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸਾਰਣ ਦੇ ਹੱਕ ਦੇ ਦਿੱਤੇ ਜਾਣ ਕਿਸੇ ਹੋਰ ਨੂੰ ਜਾਂ ਸਾਰਿਆਂ ਨੂੰ, ਪਰ ਇਸ ਇਜਲਾਸ ਦੇ ਵਿੱਚ ਜੇ ਪ੍ਰਸਾਰਣ ਦੀ ਗੱਲ ਹੁੰਦੀ ਤੇ ਕਿਤੇ ਇਹ ਇੰਪ੍ਰੈਸ਼ਨ ਨਾ ਜਾਂਦਾ ਵੀ ਐਸਜੀਪੀਸੀ ਥੱਲੇ ਲੱਗ ਗਈ ਸਰਕਾਰ ਦੇ। ਇਸ ਇੰਪ੍ਰੈਸ਼ਨ ਨੂੰ ਨਾ ਦੇਣ ਵਾਸਤੇ ਇਹਨੂੰ ਮੁਲਤਵੀ ਤੇ ਕੀਤਾ ਗਿਆ ਇਸ ਮੁੱਦੇ ਨੂੰ, ਪਰ ਇਹਦਾ ਕੋਈ ਫਾਇਦਾ ਹੋਣਾ? ਜੇ ਹੋ ਸਕਦਾ ਹੈ ਕਿ ਕੱਲ ਐਸਜੀਪੀਸੀ ਦੇ ਪ੍ਰਸਾਰਣ ਦੇ ਮੁੱਦੇ ਦੇ ਉੱਤੇ ਕੋਈ ਕਲੈਰਿਟੀ ਜਨਰਲ ਹਾਊਸ ਦੇ ਵਿੱਚ ਆਂਦੀ ਤੇ ਸਰਕਾਰ ਵੀ ਇਹ ਗੱਲ ਮੰਨ ਜਾਂਦੀ ਕਿ ਵੀ ਆਪਾਂ ਅਮੈਂਡਮੈਂਟ ਬਿੱਲ ਵਾਪਸ ਲੈ ਲੈਣੇ, ਕਿਉਂਕਿ ਜਿਹੜਾ ਟੀਚਾ ਸੀਗਾ ਅਮੈਂਡਮੈਂਟ ਬਿੱਲ ਦਾ ਜੇ ਐਸਜੀਪੀਸੀ ਨੇ ਆਪ ਹੀ ਕਰ ਲਿਆ ਤੇ ਹੁਣ ਸਾਡਾ ਧਰਮ ਦੇ ਵਿੱਚ ਕੋਈ ਇੰਟਰਫੇਰੈਂਸ ਦਾ ਮਸਲਾ ਹੀ ਨਹੀਂ ਸੀ। ਔਰ ਉਸ ਐਕਟ ਨੂੰ, ਉਸ ਬਿੱਲ ਨੂੰ ਅਸੀਂ ਗਵਰਨਰ ਸਾਹਿਬ ਤੋਂ ਭੇਜਣ ਤੋਂ ਪਹਿਲੇ ਵਾਪਸ ਲੈ ਲੈਣੇ।
ਮੁੱਦਾ ਖਤਮ ਹੋ ਜਾਂਦਾ। ਟਕਰਾਵ ਦੀ ਸਥਿਤੀ ਦੇ ਵਿੱਚ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਕਿਹਾ ਹੈ ਕਿ ਬੈਠੇ ਬਿਠਾਏ ਅਕਾਲੀ ਦਲ ਨੂੰ ਇੱਕ ਮੁੱਦਾ ਭਗਵੰਤ ਮਾਨ ਉਹਨਾਂ ਨੇ ਦੇ ਦਿੱਤਾ। ਹੁਣ ਉਸ ਮੁੱਦੇ ਨੂੰ ਕੈਸ਼, ਉਸ ਮੁੱਦੇ ਦੇ ਉੱਤੇ ਵਿਦਰੋਹ ਖੜ ਕੇ ਕਰਨਾ ਤੇ ਚਾਹੁੰਦੀ ਹੈ ਐਸਜੀਪੀਸੀ, ਕਰ ਪਾਏਗੀ? ਇਹਦੇ ਉੱਤੇ ਡਾਊਟ ਹੈ, ਕਿਉਂਕਿ ਜਦ ਆਪਸ ਵਿੱਚ ਹੀ ਪੰਥਕ ਜਥੇਬੰਦੀਆਂ ਦੇ ਵਿੱਚ ਕੋਈ ਬਿਖਰਾਵ ਜਾਂ ਫਿਰ ਕੋਈ ਡਿਫਰੈਂਸਿਸ ਆ ਜਾਣ, ਔਰ ਫਿਰ ਮੋਰਚੇ ਦਾ ਕੀ ਹਾਲ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ। ਇੰਦਰਪ੍ਰੀਤ ਜੀ, ਕੱਲ ਜਦੋਂ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਸੀਗੇ, ਉਸ ਤੋਂ ਪਹਿਲਾਂ ਇਹ ਮੰਥਨ ਕੀਤਾ ਗਿਆ ਹੋਊਗਾ ਕਿ ਜੇ ਤੁਰੰਤ ਕੋਈ ਐਕਸ਼ਨ ਲੈਂਦੇ ਆ ਤਾਂ ਉਹ ਕੀ ਸੰਭਵ ਹੈ ਕੀ ਨਹੀਂ, ਕਿਉਂਕਿ ਮੋਟੇ ਤੌਰ ਤੇ ਇਹ ਮੰਨਿਆ ਗਿਆ ਸੀਗਾ ਕਿ ਅਕਾਲੀ ਦਲ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਝੋਨੇ ਲੱਗ ਰਹੇ ਨੇ ਤੇ ਗਰਮੀ ਬਹੁਤ ਜ਼ਿਆਦਾ ਹੈ, ਹੋ ਸਕਦਾ 15-20 ਦਿਨ ਦੀ ਵੇਟ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ, ਕਿਉਂਕਿ ਇਹ ਅਜਲਾਸ ਵਿੱਚ ਕਿਹਾ ਗਿਆ ਕਿ ਰਵਾਇਤ ਰਹੀ ਆ ਕਿ ਮੋਰਚੇ ਅਕਾਲ ਤਖਤ ਸਾਹਿਬ ਤੋਂ ਹੀ ਸਿੱਧਤ ਹੁੰਦੇ ਰਹੇ ਆ, ਔਰ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸਿੰਘ ਸਾਹਿਬ ਇਸ ਤਰ੍ਹਾਂ ਦੇ ਮੋਰਚਿਆਂ ਨੂੰ ਤੋਰਦੇ ਰਹੇ ਆ। ਇਹ ਦੇਖਣਾ ਵੀ ਕਾਫੀ ਅਹਿਮ ਹੋਊਗਾ ਕਿ ਇਸ ਤਰ੍ਹਾਂ ਦੇ ਮੋਰਚੇ ਨੂੰ ਸਮਰਥਨ ਕਿੰਨਾ ਮਿਲਦਾ ਤੇ ਕੀ ਸਰਕਾਰ ਇਹਦੇ ਨਾਲ ਕੋਈ ਅਸਰ ਲੈਂਦੀ ਹੈ, ਜਾਂ ਇਹ ਆਪਣੇ ਆਪ ਇੱਕ ਪਾਸੇ ਚੱਲਦਾ ਰਹੇ, ਸਰਕਾਰ ਟਸ ਤੋਂ ਮਸ ਨਾ ਹੋਵੇ ਔਰ ਇਹਨੂੰ ਬਾਅਦ ਦੇ ਵਿੱਚ ਵਾਪਸ ਲੈਣਾ ਹੋਰ ਵੀ ਜ਼ਿਆਦਾ ਕਿਰਕਰੀ ਦਾ ਕਾਰਨ ਬਣੇ। ਇਹ ਵੀ ਕਿਤੇ ਵਿਚਾਰਿਆ ਗਿਆ ਹੋਊਗਾ। ਮੈਨੂੰ ਲੱਗਦਾ ਕਿ ਦੇਖੋ, ਸਰਕਾਰ ਜਿਹੜਾ ਹੈਗਾ ਆਪਣਾ, ਜਿਹੜਾ ਭਾਸਕਰ ਸਾਹਿਬ ਨੇ ਕਿਹਾ ਕਿ ਉਹ ਵਾਪਸ ਲੈ ਲੈਣਗੇ, ਸਰਕਾਰ ਵਾਪਸ ਨਹੀਂ ਲੈਗੀ। ਉਹ ਇੱਕ ਸੁਵਿਧਾ ਦੇ ਤੌਰ ਤੇ ਦੇਤਾ ਐਕਟ ਦੇ ਵਿੱਚ, ਵਾਪਸ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹ ਲਏਗੀ। ਹਾਂ, ਦਬਾਅ ਹੋ ਸਕਦਾ ਹੈ, ਦਬਾਅ ਤਾਂ ਜ਼ਰੂਰ ਪਾਏਗੀ। ਇਹ ਸ਼੍ਰੋਮਣੀ ਅਕਾਲੀ ਦਲ, ਐਸਜੀਪੀਸੀ, ਜੋ ਵੀ ਇਹਨਾਂ ਦਾ ਇੱਕ ਸੰਗਠਨ ਹੈ, ਉਹ ਮੋਰਚੇ ਸ਼ੁਰੂ ਕਰਕੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਤਾਂ ਕਰੇਗਾ, ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਪਰ ਇਹ ਜਿਵੇਂ ਕਿਹਾ ਕਿ ਕਾਮਯਾਬ ਹੋ, ਪਹਿਲੀ ਗੱਲ ਤਾਂ ਇਹ ਸਿੱਧ ਤਾਂ ਕਰੋ ਕਿ ਕਿਸ ਤਰ੍ਹਾਂ ਦਾ ਮੋਰਚਾ ਹੋਊਗਾ, ਕਿਸ ਲਈ ਮੋਰਚਾ ਲਗਾਇਆ। ਮੋਰਚਾ ਸਿਰਫ ਇਸ ਕਰਕੇ ਲਗਾਇਆ ਜਾ ਰਿਹਾ ਹੈ ਵੀ ਸਰਕਾਰ ਨੇ ਉਹਦੀ ਦਖਲਅੰਦਾਜ਼ੀ ਕੀਤੀ ਹੈ, ਉਹਨੂੰ ਰੱਦ ਕਰੇ, ਇਸ ਕਰਕੇ। ਪਰ ਬੁਨਿਆਦੀ ਸਵਾਲ ਤਾਂ ਫਿਰ ਉੱਤੇ ਹੀ ਖੜਾ ਹੈ, ਉਹ ਹੈਗਾ ਗੁਰਬਾਣੀ ਪ੍ਰਸਾਰਣ ਦਾ, ਕਿਉਂਕਿ ਜਦ ਤੱਕ ਉਹ ਵੀ ਨਹੀਂ ਹੱਲ ਹੁੰਦਾ, ਜਿਹੜੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ, ਉਹ ਚੁੱਕਿਆ ਤਾਂ ਇਸ ਕਰਕੇ ਹੀ ਹੈ ਨਾ ਕਿ ਤੁਸੀਂ ਪ੍ਰਸਾਰਣ ਦੇ ਉੱਤੇ ਕੋਈ ਫੈਸਲਾ ਨਹੀਂ ਲੈ ਰਹੇ, ਏਕਾਧਿਕਾਰ ਕੀਤਾ ਹੋਇਆ ਫੈਸਲਾ ਉਹਦੇ ਉੱਤੇ। ਜੇ ਤੁਸੀਂ ਇਹਨੂੰ ਸੋਲਵ ਕਰੋ ਤਾਂ ਫਿਰ ਉਹਨੂੰ ਆਉਣ ਦੀ ਲੋੜ ਹੀ ਨਾ ਪੈਂਦੀ ਜੇ ਪਹਿਲਾਂ ਹੀ ਸੋਲਵ ਕਰ ਦਿੰਦੇ। ਸੋ ਦੋਨੋਂ ਜਿਹੜੇ ਸਿੱਖ ਮਾਨਸਿਕਤਾ ਦੇ ਦੋ ਸਵਾਲ ਹਜੇ ਵੀ ਉੱਥੇ ਹੀ ਖੜੇ ਨੇ। ਇਹ ਠੀਕ ਹੈ ਕਿ ਸਰਕਾਰ ਨੇ ਇੰਟਰਫੇਅਰ ਕੀਤਾ, ਇਹਨੂੰ ਇਹ 'ਚ ਕੋਈ ਦੋ ਰਾਏ ਨਹੀਂ, ਪਰ ਕਿਉਂ ਕੀਤਾ ਇਹਦੇ ਉੱਤੇ ਵੀ ਉਨੀ ਹੀ ਵਿਚਾਰ ਕੀਤੀ ਜਾਣੀ ਚਾਹੀਦੀ ਹੈ ਜਿੰਨੀ ਵਿਚਾਰ ਅਸੀਂ ਇਸ ਗੱਲ ਤੇ ਕਰ ਰਹੇ ਹਾਂ ਵੀ ਸਰਕਾਰ ਨੇ ਇਹ ਇੰਟਰਫੇਅਰ ਕਿਉਂ ਕੀਤਾ। ਸੋ ਪ੍ਰਸਾਰਣ ਦਾ ਮੈਂ ਇਹ ਭਾਸਕਰ ਨਾਲ ਸਹਿਮਤ ਹਾਂ ਕਿ ਪ੍ਰਸਾਰਣ ਦਾ ਸਵਾਲ ਹਜੇ ਵੀ ਜਿਉਂ ਦਾ ਤਿਉਂ ਖੜਾ ਹੈ। ਜਦ ਤੱਕ ਉਹ ਹੱਲ ਨਹੀਂ ਹੁੰਦਾ ਤਾਂ ਤੱਕ ਇਹ ਜਿਹੜੇ ਮੋਰਚੇ ਨੇ, ਮੈਨੂੰ ਨਹੀਂ ਲੱਗਦਾ ਕਿ ਇਹ ਉਨੀ ਕਾਮਯਾਬੀ ਨਾਲ ਲੱਗ ਸਕਣਗੇ ਜਿੰਨੀ ਕਾਮਯਾਬੀ ਨਾਲ ਅਸੀਂ ਪਹਿਲਾਂ ਵਾਲੇ ਮੋਰਚੇ ਲਗਾਏ ਆ। ਦੇਖੋ, ਪਹਿਲਾਂ ਇੱਕ ਮੋਰਚੇ ਲੱਗਦੇ ਰਹੇ ਆ, ਉਹ ਦਿੱਲੀ ਸਰਕਾਰ ਦੇ ਖਿਲਾਫ ਲੱਗਦੇ ਰਹੇ ਆ, ਜਿਹਦੇ 'ਚ ਸਾਰੇ ਜਣੇ ਇਕੱਠੇ ਹੁੰਦੇ ਸੀ। ਇੱਥੇ ਹਜੇ ਵੀ ਸਾਡੀ ਜਿਹੜੀ ਸਿੱਖ ਉਹ ਲੋਕ ਨੇ, ਉਹ ਮਤਲਬ ਹਜੇ ਵੀ ਦੋ ਹਿੱਸਿਆਂ 'ਚ ਵੰਡੇ ਹੋਏ ਨੇ। ਉਹ ਚਾਹੁੰਦੇ ਨੇ ਕਿ ਜਿਹੜਾ ਪ੍ਰਸਾਰਣ ਹੈ ਉਹ ਸਿੱਧਾ ਇਹਨਾਂ ਦੇ ਹੱਥੋਂ 'ਚ ਨਿਕਲ ਕੇ ਸਾਰਿਆਂ ਲਈ ਹੋਵੇ, ਉਹ ਕਿਸੇ ਇੱਕ ਲਈ ਹੋਵੇ। ਪੀਟੀਸੀ ਨੂੰ ਪਿੱਛੇ ਹਟਣ ਦੀ ਲੋੜ ਹੀ ਕੀ ਹੈ? ਜਦੋਂ ਪ੍ਰਸਾਰਣ ਸਭ ਲਈ ਹੈ ਤਾਂ ਪੀਟੀਸੀ ਵੀ ਲੈ ਲੇ। ਇਹ ਤਾਂ ਉਸ ਦਿਨ ਭਗਵੰਤ ਮਾਨ ਹੋਰਾਂ ਨੇ ਆਪਣੇ ਡਿਬੇਟ 'ਚ ਵੀ ਕਿਹਾ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਪੀਟੀਸੀ ਨੂੰ ਵੀ ਕੀ ਪ੍ਰੋਬਲਮ ਹੈ। ਅਸੀਂ ਕੋਈ ਇਹ ਥੋੜੀ ਕਹਿ ਰਹੇ ਵੀ ਪੀਟੀਸੀ ਨੂੰ ਨਾ ਦਿਓ, ਅਸੀਂ ਕਹਿ ਰਹੇ ਸਾਰਿਆਂ ਨੂੰ ਦੇ ਦਿਓ, ਤੇ ਸਾਰਿਆਂ ਦੇ ਵਿੱਚ ਪੀਟੀਸੀ ਵੀ ਆ ਗਿਆ। ਤੇ ਇਸ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਵੱਡੀ ਗੱਲ ਹੈਗੀ ਹੈ। ਸਿਰਫ ਪ੍ਰਸਾਰਣ ਦੇ ਇਸ਼ੂ ਕਿਉਂਕਿ ਇੰਪੋਰਟੈਂਟ ਨੇ, ਇਸ ਕਰਕੇ ਉਸ ਤੇ ਗੱਲ ਨਹੀਂ ਹੋ ਰਹੀ। ਮੈਂ ਕੱਲ ਵੀ ਆਪਣੇ ਸ਼ਾਮ ਵਾਲੇ ਪ੍ਰੋਗਰਾਮ 'ਚ ਕਿਹਾ ਸੀ, ਸਾਨੂੰ ਉਸ ਤੇ ਫੋਕਸ ਜ਼ਰੂਰ ਕਰਨਾ ਚਾਹੀਦਾ ਹੈ। ਜੇ ਅਸੀਂ ਸਰਕਾਰ ਦੇ ਉੱਤੇ ਉਂਗਲ ਚੱਕ ਰਹੇ ਹਾਂ ਤਾਂ 3 ਉਂਗਲਾਂ ਸਾਡੇ ਵਾਲੇ ਪਾਸੇ ਵੀ ਆ ਰਹੀਆਂ। ਇੰਦਰਪ੍ਰੀਤ ਜੀ, ਪਰ ਜਦੋਂ ਹੁਣ ਇਸ ਤਰ੍ਹਾਂ ਦੀ ਹਾਲਾਤ ਬਣ ਜਾਣ, ਪੀਟੀਸੀ ਸਿੱਧੇ ਤੌਰ ਤੇ ਇਹ ਗੱਲ ਕਹਿ ਚੁੱਕਿਆ ਕਿ ਅਸੀਂ ਹੁਣ 24 ਤਰੀਕ ਸ਼ਾਇਦ ਉਹਨਾਂ ਜ਼ਿਕਰ ਕੀਤਾ ਕਿ ਉਦੋਂ ਤੱਕ ਹੈ, ਔਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਜੋ ਫੈਸਲਾ ਲਵੇ ਸਾਨੂੰ ਮਨਜ਼ੂਰ ਹੈ। ਇਹਦਾ ਮਤਲਬ ਹੈ ਕਿ ਸਿਧਾਂਤਕ ਫੈਸਲਾ ਹੋ ਗਿਆ। ਸ਼੍ਰੋਮਣੀ ਕਮੇਟੀ ਜੇ ਇਨ ਦਾ ਮੇਨ ਟਾਈਮ ਇਹ ਫੈਸਲਾ ਲੈ ਲੈਂਦੀ ਕਿ ਉਹ ਆਪਣਾ ਚੈਨਲ ਚਲਾਉਣਗੇ ਤਾਂ ਫਿਰ ਇਹ ਜਿਹੜੀ ਸਥਿਤੀ ਆ ਉਹ ਤਾਂ ਇੱਕ ਤਰ੍ਹਾਂ ਸਾਫ਼ ਹੋ ਗਈ। ਹਾਲਾਂਕਿ ਹੋਣੀ ਤਾਂ ਕੱਲ ਚਾਹੀਦੀ ਸੀ, ਉਸ ਤੋਂ ਵੀ ਪਹਿਲਾਂ ਉਸ ਦਿਨ ਹੋਣੀ ਚਾਹੀਦੀ ਸੀ ਜਦੋਂ ਇਜਲਾਸ ਨਹੀਂ ਸੀ ਹੋਇਆ। 2 ਦਿਨ ਪਹਿਲਾਂ ਭਗਵੰਤ ਮਾਨ ਨੇ ਕਹਿਤਾ ਸੀ ਕਿ ਅਸੀਂ ਸੋਧ ਐਕਟ ਬਿੱਲ ਲਿਆ ਰਹੇ ਹਾਂ, ਤੇ ਪਰ ਜੇਕਰ ਉਦੋਂ ਨਹੀਂ ਹੋਇਆ, ਇਜਲਾਸ 'ਚ ਹੋ ਜਾਂਦਾ, ਇਜਲਾਸ 'ਚ ਨਹੀਂ ਹੋਇਆ ਤੇ ਹੁਣ ਜੇ ਇਸ ਹਫ਼ਤੇ ਦੇ ਵਿੱਚ ਹੋ ਜਾਂਦਾ, ਮਤਲਬ ਹਮੇਸ਼ਾ ਹੀ ਦੇਰ ਆਏ ਦਰੁਸਤ ਆਏ ਵਾਲੀ ਗੱਲ ਆ। ਪਰ ਦਰੁਸਤ ਕਿਵੇਂ ਪੋਲੀਟੀਕਲ ਹੁੰਦਾ, ਬੰਦਾ ਪੋਲੀਟੀਕਲੀ ਕਰੈਕਟ ਹੋਣ ਲਈ ਟਾਈਮਿੰਗ ਬੜੀ ਅਹਿਮ ਆ। ਸੋ ਫੈਸਲਾ ਵੀ ਲੈਣਾ ਲੇਕਿਨ ਦੇਰੀ ਨਾਲ ਲੈਣਾ ਤੇ ਅਸਰ ਗਵਾ ਲੈਂਦਾ। ਪਰ ਜੇਕਰ ਕੋਈ ਕਾਲ ਦਿੱਤੀ ਜਾਊਗੀ ਰੋਜ਼
ਕੁਝ ਲੋਕਾਂ ਦੇ ਇੱਕ ਖਾਸ ਸਥਾਨ ਤੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਕਿਸੇ ਖਾਸ ਸਥਾਨ ਤੇ ਧਰਨਾ ਦਿੱਤੇ ਜਾਣ ਦੀ, ਤਾਂ ਉਦੋਂ ਇਹ ਮੁੱਦਾ ਨਹੀਂ ਹੋਊਗਾ ਕਿ ਪੀਟੀਸੀ ਜਾਂ ਕੋਈ ਹੋਰ ਚੈਨਲ ਦਾ ਏਕਾਧਿਕਾਰ ਆ ਉਹ ਖਤਮ ਹੋ ਚੁੱਕਿਆ ਹੋਊਗਾ। ਇਹਦਾ ਮਤਲਬ ਇਹ ਵੀ ਇੱਕ ਤਰੀਕਾ ਅਪਣਾਇਆ ਜਾ ਰਿਹਾ ਕਿ ਪਹਿਲਾਂ ਜਿਹੜਾ ਮਾਮਲਾ ਉਹਨੂੰ ਨਜਿੱਠ ਲਿਆ ਜਾਵੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਕਿਹਾ ਜਾਵੇ ਕਿ ਤੁਸੀਂ ਦਖਲ ਦਿੱਤਾ ਹੈ। ਔਰ ਹੁਣ ਸਵਾਲ ਇਹ ਹੈ ਕਿ ਜੇਕਰ ਉਹ ਪਹਿਲਾ ਮਾਮਲਾ ਨਿਬੇੜ ਕੇ ਤੇ ਕਿਸੇ ਇਸ ਤਰ੍ਹਾਂ ਦੇ ਮੋਰਚੇ ਵੱਲ ਵਧਦੇ ਆ, ਇਹ ਮੋਰਚਾ ਟੋਟਲ ਪੋਲੀਟੀਕਲ ਹੋਊਗਾ ਸਰਕਾਰ ਤੇ ਅਕਾਲੀ ਦਲ ਦੇ ਵਿੱਚ, ਤੇ ਅਕਾਲੀ ਦਲ ਇਹਦੇ ਵਿੱਚੋਂ 24 ਦੀ ਇਲੈਕਸ਼ਨ ਦਾ ਰਿਵਾਈਵਲ ਵੀ ਭਾਲੂਗਾ। ਹੋਰ ਮੁੱਦਿਆਂ ਨਾਲੋਂ ਇਹ ਧਾਰਮਿਕ ਮੁੱਦਾ ਜਿੱਤੋਂ ਅਕਾਲੀ ਖੁਦ ਵੀ ਦੂਰ ਹੋ ਚੁੱਕੇ ਸੀ। ਉਹ ਪੰਥਕ ਸਿਆਸਤ ਦੀ ਬਜਾਏ ਪੰਜਾਬ ਪੋਲਿਟਿਕਸ ਕਰ ਰਹੇ ਸੀਗੇ, ਮੁੜ ਕੇ ਪੰਥਕ ਪੋਲਿਟਿਕਸ ਵੱਲ ਆਉਣਗੇ ਤਾਂ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਬਾਕੀ ਸਾਰੇ ਪੱਤੇ ਜਮਾ ਕੇ ਦੇਖ ਲਿਆ, ਸ਼ਾਇਦ ਇਹਦੇ ਵਿੱਚੋਂ ਇਹ ਕੋਈ ਵਰਕ ਕਰ ਜੇ, ਕੋਈ ਇੰਜ ਵੀ ਹੋ ਸਕਦਾ। ਬਿਲਕੁਲ, ਇਹ ਜਿਹੜਾ ਮੋਰਚਾ ਜਿਹਦੀ ਗੱਲ ਕੀਤੀ ਗਈ ਹੈ ਵੀ 117 ਹਲਕਿਆਂ ਤੋਂ ਚੱਲਣਗੇ, ਤਾਂ ਉਹ ਆਪਣੇ ਆਪ ਹੀ ਸਪਸ਼ਟ ਹੈ ਕਿ 117 ਹਲਕਿਆਂ ਨੂੰ ਰਿਵਾਈਵ ਕਰਨਾ ਹੈ ਪਾਰਟੀ ਨੇ। ਤੇ ਇਹ ਠੀਕ ਹੈ, ਤੁਸੀਂ ਗੱਲ ਕਰ ਰਹੇ ਹੋ ਵੀ ਪੋਲੀਟੀਕਲ ਹੋਊਗਾ। ਔਰ ਮੋਰਚਾ, ਮੈਂ ਬਾਰ-ਬਾਰ ਉਹੀ ਕਹਿ ਰਿਹਾ ਵੀ ਮੌਕੇ ਤੇ ਹੀ ਚੌਕਾ ਲਗਾਉਣਾ ਪੈਂਦਾ ਹੈ। ਜੇ ਉਹ ਤੁਸੀਂ ਖੁੰਝ ਗਏ ਤਾਂ ਖੁੰਝ ਗਏ। ਕੱਲ ਅਗਰ ਇਹ ਚੀਜ਼ ਤੈਅ ਹੋ ਜਾਂਦੀ ਕਿ ਤੁਰੰਤ ਅਸੀਂ ਜਿਹੜਾ YouTube ਚੈਨਲ ਸ਼ੁਰੂ ਕਰ ਰਹੇ ਹਾਂ, 1 ਮਹੀਨਾ ਜਾਂ 2 ਮਹੀਨੇ ਜਿਹੜੀ ਤਾਰੀਖ ਦਿੱਤੀ ਜਾਂਦੀ, ਦੇਖੋ ਲੋਕ ਵਿਸ਼ਵਾਸ ਕਰਦੇ ਆ ਜਦੋਂ ਤੁਸੀਂ ਸਮਾਂ ਬੰਨਦੇ ਹੋ ਵੀ ਹਾਂ ਇਹ ਜਿਹੜੀ ਜੁਲਾਈ ਮਤਲਬ 31 ਜੁਲਾਈ ਤੱਕ ਜਾਂ 31 ਅਗਸਤ ਤੱਕ ਅਸੀਂ ਸਾਰਾ ਇਹਦਾ ਸਿਸਟਮ ਬਣਾ ਲਾਂਗੇ ਆਪਣੇ ਸੈਟੇਲਾਈਟ ਚੈਨਲ ਦਾ, ਫਿਰ ਲੋਕ ਵਿਸ਼ਵਾਸ ਕਰਦੇ। ਮੈਨੂੰ ਲੱਗਦਾ ਕਿ ਜਦੋਂ ਇਹ ਗੱਲਾਂ ਨਹੀਂ ਹੁੰਦੀਆਂ ਨਾ, ਤਾਂ ਇੱਕ ਜਨਰਲ ਸਟੇਟਮੈਂਟ ਹੈ ਕਿ ਅਸੀਂ ਕਰਾਂਗੇ ਤਾਂ ਮੈਂ ਪਿਛਲੇ 3-4 ਸਾਲਾਂ ਤੋਂ ਸੁਣੀ ਜਾ ਰਿਹਾ ਕਿ ਅਸੀਂ ਕਰਾਂਗੇ ਕਦੋਂ, ਇਹ ਸਮਝ ਨਹੀਂ ਆ ਰਿਹਾ। ਸੋ ਜਦੋਂ ਮੈਂ ਤਾਂ ਕਈ ਵਾਰ ਇੱਥੇ ਵਿਧਾਨ ਸਭਾ 'ਚ ਵੀ ਦੇਖਦਾ, ਚਲੋ ਮਿਨਿਸਟਰ ਸਾਹਿਬ ਕਹਿ ਦਿੰਦੇ ਜੀ ਹਾਂ ਤੁਹਾਡੀ ਸੜਕ ਬਣਾ ਦਿੱਤੀ ਜਾਏਗੀ ਜੀ, ਉਹ ਐਮਐਲਏ ਕਹਿੰਦਾ ਵੀ ਯਾਰ ਬਣਾ ਤਾਂ ਦੋਗੇ ਪਰ ਬਣਾਓਗੇ ਕਦੋਂ, 5 ਸਾਲ ਬਾਅਦ ਜਾਂ 4-5 ਮਹੀਨੇ 'ਚ ਹੀ ਬਣਾ ਦੋਗੇ। ਸੋ ਸਮਾਂਬੱਧ ਕਰਨਾ ਚੀਜ਼ਾਂ ਨੂੰ ਬਹੁਤ ਜ਼ਰੂਰੀ ਹੁੰਦਾ ਹੈ। ਜਦ ਤੱਕ ਸਮਾਂਬੱਧ ਨਹੀਂ ਕਰਦੇ ਤਾਂ ਤੱਕ ਜਿਹੜਾ ਲੋਕ ਵਿਸ਼ਵਾਸ ਨਹੀਂ ਕਰਦੇ ਪਏ। ਲੋਕਾਂ ਦਾ ਵਿਸ਼ਵਾਸ ਜਿੱਤਣਾ ਇਸ ਟਾਈਮ ਬਹੁਤ ਜ਼ਰੂਰੀ ਹੋਇਆ ਪਿਆ ਅਕਾਲੀ ਦਲ ਨੂੰ। ਇਹ ਕੱਲ ਮੌਕਾ ਸੀ, ਜੇ ਕੱਲ ਉਹ ਕਰ ਲੈਂਦੇ ਤਾਂ ਉਸ ਤੋਂ ਵਧੀਆ ਕੁਝ ਨਹੀਂ ਸੀ ਹੋਣਾ, ਪਰ ਉਹ ਮੈਨੂੰ ਲੱਗਦਾ ਮੌਕਾ ਖੁੰਝ ਗਿਆ। ਖਬਰ ਬਹੁਤ ਅਹਿਮ ਤੇ ਮਸਾਲੇਦਾਰ। ਗਵਰਨਰ ਸਾਹਿਬ ਨੇ ਹੁੱਬ ਕੇ ਛਾਤੀ ਤੇ ਹੱਥ ਤਾਂ ਨਹੀਂ ਸੀ ਮਾਰਿਆ, ਪਰ ਮੈਨੂੰ ਫੀਲ ਇੰਜ ਹੋ ਰਿਹਾ ਸੀ ਕਿ ਉਹ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਵੀ ਜਾ ਤੇਰਾ ਨਹੀਂ ਉਹ ਵਰਤਣਾ ਹੈਲੀਕਾਪਟਰ। ਤੇ ਪਤਾ ਲੱਗਿਆ ਉਹ ਸ਼੍ਰੀਨਗਰ ਚਲੇ ਗਏ ਸਧਾਰਨ ਫਲਾਈਟ ਤੇ ਆਮ ਪੈਸੇਂਜਰ ਨਾਲ ਬੈਠ ਕੇ। ਇਹ ਖਬਰ ਨਹੀਂ ਆਈ ਕਿ ਉਹਨਾਂ ਨੇ ਕਿਸੇ ਨਾਲ ਵਿੱਚ ਗੱਲਬਾਤ ਰਾਜ ਕੀਤੀ ਹੈ ਕਿ ਨਹੀਂ ਕੀਤੀ। ਪਰ ਜਿਹੜੀ ਗੱਲ ਤੁਸੀਂ ਅੱਜ ਸਵੇਰੇ ਇਸ ਜਹਾਜ਼ਰਾਨੀ ਜਿਹੜਾ ਵਿਭਾਗ ਹੈ ਇਹਦੇ ਕਿਸੇ ਬੰਦੇ ਨਾਲ ਕਰ ਰਹੇ ਸੀ, ਮੈਨੂੰ ਹਲਕੀ ਸੁਣਦੀ ਸੀ। ਉਹ ਦੱਸਿਓ ਕੀ ਸੀ? ਸੱਚੀ ਹੈਲੀਕਾਪਟਰ ਮੰਗਿਆ ਹੀ ਨਹੀਂ ਉਹਨਾਂ ਨੇ? ਹੈਲੀਕਾਪਟਰ ਸ਼੍ਰੀਨਗਰ ਦੇ ਵਿੱਚ ਜਾ ਸਕਦਾ ਸਿੱਧਾ? ਕੀ ਕਹਿੰਦੇ ਹੋ ਇਹਦੇ ਬਾਰੇ? ਇਹ ਕਾਫੀ ਅਹਿਮ ਖਬਰ ਆ, ਇਹਨੇ ਅੱਜ ਸਾਰਾ ਦਿਨ ਸੁਰਖੀ ਬਟੋਰਨੀ। ਬਿਲਕੁਲ ਬਹੁਤ ਅਹਿਮ ਖਬਰ ਹੈ ਔਰ ਮੈਨੂੰ ਲੱਗਦਾ ਕਿ ਐਂਗਲ ਤਾਂ ਖਬਰ ਦਾ ਬਹੁਤ ਹੀ ਅਹਿਮ ਹੈ, ਕਿਉਂਕਿ 2-3 ਦਿਨ ਪਹਿਲਾਂ ਹੀ ਹਜੇ ਗਵਰਨਰ ਸਾਹਿਬ ਇਹ ਕਹਿ ਕੇ ਹਟਿਆ ਵੀ ਮੈਂ ਜਦ ਤੱਕ ਪੰਜਾਬ ਦਾ ਗਵਰਨਰ ਰਹੂੰਗਾ ਉਦ ਤੱਕ ਮੈਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਯੂਜ਼ ਨਹੀਂ ਕਰੂੰਗਾ। ਉਹਨਾਂ ਨੇ 2 ਗੱਲਾਂ ਕਹੀਆਂ ਸੀ, ਤੁਸੀਂ ਇੱਕ ਗੱਲ ਦੱਸੀ ਹੈ, ਦੂਸਰੀ ਨਹੀਂ ਦੱਸੀ। ਉਹਨਾਂ ਨੇ 2 ਗੱਲਾਂ ਦੱਸੀਆਂ ਸੀ ਉਸ ਦਿਨ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਸੀ ਵੀ ਜਦ ਦਾ ਮੈਂ ਗਵਰਨਰ ਬਣਿਆ, ਮੈਨੂੰ 4-5 ਸਾਲ ਹੋ ਗਏ ਗਵਰਨਰ ਬਣੇ ਨੂੰ, ਜਦ ਦਾ ਮੈਂ ਗਵਰਨਰ ਬਣਿਆ ਮੈਂ ਇਕਨੋਮੀ ਕਲਾਸ 'ਚ ਹੀ ਸਫ਼ਰ ਕਰਦਾ। ਮੈਂ ਹਾਲਾਂਕਿ ਮੈਂ ਬਿਜ਼ਨਸ ਕਲਾਸ ਦਾ ਅਧਿਕਾਰੀ ਹਾਂ, ਮੈਨੂੰ ਅਧਿਕਾਰ ਹੈ ਮੈਂ ਬਿਜ਼ਨਸ ਕਲਾਸ 'ਚ ਵੀ ਜਾ ਸਕਦਾ, ਪਰ ਮੈਂ ਬਿਜ਼ਨਸ ਕਲਾਸ 'ਚ ਨਹੀਂ ਜਾਂਦਾ, ਮੈਂ ਇਕਨੋਮੀ ਕਲਾਸ 'ਚ ਜਾਂਦਾ। ਤੇ ਕੱਲ ਵੀ ਉਹ ਜਿਹੜਾ ਗਏ ਇਕਨੋਮੀ ਕਲਾਸ 'ਚ ਹੀ ਸਫ਼ਰ ਕਰਕੇ ਗਏ ਸ਼੍ਰੀਨਗਰ। ਜਿਹੜੀ ਗੱਲ ਸੀਗੀ ਕਿ ਉਹਨਾਂ ਨੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਲਿੱਤਾ, ਮੈਂ ਉਹ ਪੁੱਛ ਰਿਹਾ ਸੀ ਡਿਪਾਰਟਮੈਂਟ ਜਿਹੜੇ ਸਿਵਲ ਐਵੀਏਸ਼ਨ ਹੈਗੇ ਉਹਨਾਂ ਦਾ, ਮੈਂ ਪੁੱਛ ਰਿਹਾ ਸੀ ਵੀ ਕੀ ਉਹਨਾਂ ਦੀ ਮੰਗ ਆਈ ਸੀ ਜਾਂ ਆਈ ਹੋਈ ਨਹੀਂ। ਉਹ ਕਹਿੰਦੇ ਵੀ ਮੰਗ ਦਾ ਤਾਂ ਸਵਾਲ ਹੀ ਇੱਥੇ ਪੈਦਾ ਨਹੀਂ ਹੁੰਦਾ, ਕਿਉਂਕਿ ਸ਼੍ਰੀਨਗਰ ਦੇ ਵਿੱਚ ਜਿਹੜਾ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਾ ਹੀ ਨਹੀਂ ਸਕਦਾ। ਉਹ ਜਿਹੜਾ ਇੱਕ ਬਾਲਾਟਾਲ ਸ਼ਾਇਦ ਪਾਸ ਆਉਂਦਾ, ਉੱਥੇ ਉਹਨੂੰ ਕ੍ਰਾਸ ਕਰਨਾ ਬਹੁਤ ਔਖਾ ਹੈ। ਉਹ ਜਾ ਸਕਦੇ ਆ, ਕ੍ਰਾਸ ਕਰਦੇ ਆ, ਲੇਕਿਨ ਅਸੀਂ ਜਦੋਂ ਬਹੁਤ ਕੋਈ VVIP ਹੁੰਦਾ ਤਾਂ ਅਸੀਂ ਉਹਨੂੰ ਨਹੀਂ ਲੈ ਕੇ ਜਾਂਦੇ, ਉਸ 'ਚ ਖਤਰਾ ਜ਼ਿਆਦਾ ਉਹਦੇ 'ਚ, ਇਸ ਕਰਕੇ ਅਸੀਂ ਲੈ ਕੇ ਨਹੀਂ ਜਾਂਦੇ। ਸੋ ਜਦੋਂ ਵੀ ਸ਼੍ਰੀਨਗਰ ਪੰਜਾਬ ਤੋਂ ਕੋਈ ਅਗਰ ਸ਼੍ਰੀਨਗਰ VVIP ਜਾਂਦਾ ਉਹ ਫਲਾਈਟ ਦੇ ਉੱਤੇ ਹੀ ਜਾਂਦਾ, ਅਸੀਂ ਕਦੇ ਵੀ ਮਤਲਬ ਉੱਥੇ ਹੈਲੀਕਾਪਟਰ ਨਹੀਂ ਭੇਜਿਆ। ਸੋ ਇਹ ਠੀਕ ਹੈ ਤੁਹਾਡੀ ਗੱਲ ਕਿ ਜਿਹੜਾ ਐਂਗਲ ਹੈ, ਐਂਗਲ ਤਾਂ ਬਹੁਤ ਅੱਛਾ ਚਰਨਜੀਤ ਪੁੱਲ ਅਰੋੜਾ ਨੇ ਕੱਢ ਲਿਆ ਕਿ ਉਹ ਕੱਲ ਸ਼੍ਰੀਨਗਰ ਜਾ ਕੇ ਆਏ ਹੈ ਪਰ ਪੰਜਾਬ ਸਰਕਾਰ ਦਾ ਉਹਨਾਂ ਨੇ ਹੈਲੀਕਾਪਟਰ ਨਹੀਂ ਯੂਜ਼ ਕੀਤਾ। ਔਰ ਮੈਨੂੰ ਇਹ ਲੱਗਦਾ ਵੀ ਹੈ, ਮੈਂ ਜਿੰਨਾ ਕਿ ਮੈਂ ਗਵਰਨਰ ਸਾਹਿਬ ਨੂੰ 2-3 ਵਾਰੀ ਮਿਲਿਆ ਔਰ ਉਹਨਾਂ ਨਾਲ ਗੱਲਬਾਤ ਕਰਕੇ ਜਾਂ ਉਹਨਾਂ ਦੇ ਜਿਹੜੇ ਨਾਲ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਿੰਨੀ ਕਿ ਮੈਨੂੰ ਉਹਨਾਂ ਬਾਰੇ ਸਮਝ ਬਣੀ ਹੈ,
ਉਹ ਮੈਨੂੰ ਇਹ ਬਣੀ ਹੈ ਵੀ ਜੇ ਉਹਨਾਂ ਨੇ ਗੱਲ ਇਹ ਕਹਿਤੀ ਵੀ ਨਹੀਂ ਲੈਣਗੇ ਹੈਲੀਕਾਪਟਰ, ਤਾਂ ਸ਼ਾਇਦ ਹੁਣ ਅੱਗੇ ਤੋਂ ਨਹੀਂ ਲੈਣੇ। ਐਵੇਂ ਜ਼ਿਆਦਾ ਜਜ਼ਬਾਤੀ ਹੋ ਕੇ ਵੱਡੀ ਗੱਲ ਕਰ ਗਏ ਗਵਰਨਰ ਸਾਹਿਬ। ਕੱਲ ਨੂੰ ਜੇ ਸੁਲਾਹ ਹੋ ਜਾਂਦੀ ਹੈ ਤੇ ਸਾਡੇ ਪੰਜਾਬੀ ਲੋਕ ਚੁਟਕਲੇ ਬੜੇ ਬਣਾਉਂਦੇ ਹੁੰਦੇ ਆ। ਮੁੱਖ ਮੰਤਰੀ ਨਾਲ ਬਹਿ ਕੇ ਚਾਹ ਪੀਣ ਤੋਂ ਬਾਅਦ ਜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਲੈ ਜਾਇਆ ਕਰੋ ਜੀ, ਏਡੀ ਕਿਹੜੀ ਗੱਲ ਆ, ਉਹ ਤਾਂ ਐਵੇਂ ਕਹਿਤਾ ਤੇ ਕਹਿਤਾ, ਪੋਲਿਟਿਕਸ ਵਿੱਚ ਕਿਹਾ ਹੀ ਜਾਂਦਾ, ਤੁਸੀਂ ਵੀ ਸਿਆਸਤ ਵਿੱਚੋਂ ਆਏ ਹੋ, ਇਹ ਗੱਲਾਂ ਤਾਂ ਕਰਨ ਵਾਲੀਆਂ ਹੁੰਦੀਆਂ। ਤੇ ਗਵਰਨਰ ਸਾਹਿਬ ਜ਼ਬਾਨ ਦਾ ਕੀ ਕਰਨਗੇ ਜਿਹੜੀ ਉਹਨਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਤੱਕ ਪਹੁੰਚਾਤੀ ਹੈ ਵੀ ਜਿੰਨਾ ਚਿਰ ਮੈਂ ਗਵਰਨਰ ਆ ਪੰਜਾਬ ਦਾ, ਹੈਲੀਕਾਪਟਰ ਨਹੀਂ ਜੇ ਤੁਹਾਡਾ ਵਰਤਣਾ। ਇਹ ਤੇ ਫਿਰ ਮੁੜ ਕੇ ਇੱਕ ਪ੍ਰੈਸ ਕਾਨਫਰੰਸ ਹੋਰ ਕਰਨੀ ਪਊਗੀ ਨਾ ਕਿ ਦੇਖੋ ਜੀ, ਮੁੱਖ ਮੰਤਰੀ ਸਾਹਿਬ ਦੀ ਬਹੁਤ ਦਿਲੀ ਮੰਗ ਨੂੰ ਧਿਆਨ 'ਚ ਰੱਖਦਿਆਂ ਮੈਂ ਗਵਰਨਰ ਪੰਜਾਬ ਵਜੋਂ ਅਗਲੇ ਪੀਰੀਅਡ ਦੇ ਵਿੱਚ ਜਹਾਜ਼ ਵਰਤਣ ਦਾ ਫੈਸਲਾ ਕਰ ਲਿਆ ਪੰਜਾਬ ਸਰਕਾਰ ਦਾ। ਜਾਂ ਫਿਰ ਇਹ ਵੀ ਹੋ ਸਕਦਾ ਪੰਜਾਬ ਸਰਕਾਰ ਨੂੰ ਕਹਿਣ ਵੀ ਗਵਰਨਰ ਲਈ ਜਹਾਜ਼ ਵੱਖਰਾ ਰਹੋ, ਤੁਹਾਡੇ ਵਾਲਾ ਨਹੀਂ ਲੈਣਾ, ਗਵਰਨਰ ਦੇ ਖਾਤੇ 'ਚ ਵੱਖਰਾ ਕੋਈ ਕਿਰਾਏ ਤੇ ਲੈ ਲਿਆ ਜਾਵੇ। ਖੈਰ ਭਾਸਕਰ ਸਾਹਿਬ, ਰਾਜਸਥਾਨ ਦੇ ਵਿੱਚ ਆ ਸੋਲਰ ਪਲਾਂਟ ਖਰੀਦਣ ਦੀ ਕੀ ਲੋੜ ਸੀ? ਪੰਜਾਬ 'ਚ ਆਪਣਾ ਲਾ ਲੈਂਦੇ, ਸ਼ਾਇਦ ਘੱਟ 'ਚ ਹੀ ਮਿਲ ਜਾਂਦਾ। ਸਰਕਾਰ ਹੁੱਬ ਕੇ ਕਹੂਗੀ ਆ ਵੇਚਤਾ ਸੀ ਇਹਨਾਂ ਨੇ, ਅਕਾਲੀਆਂ ਨੇ, ਕੈਪਟਨ ਨੇ ਵੀ ਗਹਿਣੇ ਧਰਤੀਆਂ ਸੀ, ਅਸੀਂ ਖਰੀਦਣ ਵਾਲੇ ਆ। ਜਿੱਦਾਂ ਉਹ ਕਹਿੰਦੇ ਅਸੀਂ ਖਰੀਦਾਂਗੇ ਥਰਮਲ ਪਲਾਂਟ, 500 ਮੈਗਾਵਾਟ ਕਾਫੀ ਹੁੰਦਾ। ਰਾਜਸਥਾਨ ਦੇ ਵਿੱਚ ਖਰੀਦਿਆ, ਰਾਜਸਥਾਨ ਨਾਲ ਯਾਰੀ ਬੜੀ ਪਾ ਰਿਹਾ, ਪਾਣੀ ਪੂਣੀ ਦਾ ਵੀ ਰੌਲਾ ਹੀ ਅਜੇ ਚੱਲੀ ਜਾਂਦਾ। ਕੀ ਕਹਿੰਦੇ? ਪਹਿਲੇ ਤੇ ਉਹ ਗਵਰਨਰ ਸਾਹਿਬ ਦੀ ਗੱਲ ਦੇ ਉੱਤੇ ਇੱਕ ਕਮੈਂਟ ਜ਼ਰੂਰ ਕਰਨਾ ਚਾਹੂੰਗਾ। ਜਦ ਗਵਰਨਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿ ਰਹੇ ਸੀ, ਜਾਓ ਭਗਵੰਤ ਮਾਨ ਜੀ, ਤੁਸੀਂ ਮੇਰਾ ਬੜਾ ਮਜ਼ਾਕ ਉਡਾਇਆ ਹੈ ਅਸੈਂਬਲੀ ਦੇ ਵਿੱਚ, ਤੇ ਮੈਂ ਅੱਜ ਤੋਂ ਬਾਅਦ ਜਦ ਤੱਕ ਗਵਰਨਰ ਰਹੂੰਗਾ ਤੁਹਾਡਾ, ਮੈਂ ਸਕੂਟਰ ਨਹੀਂ ਹੈਲੀਕਾਪਟਰ ਯੂਜ਼ ਹੀ ਨਹੀਂ ਕਰੂੰਗਾ। ਇਹ ਇੱਕ ਆਮ ਪਰਿਵਾਰਾਂ ਦੇ ਵਿੱਚ ਵੀ ਤੁਹਾਨੂੰ ਦੇਖਿਆ ਹੋਏਗਾ, ਬਜ਼ੁਰਗ ਨਾਰਾਜ਼ ਹੋ ਜਾਂਦੇ ਨੇ, ਆਪਣੇ ਪੁੱਤਰ ਤੋਂ ਵੀ ਨਾਰਾਜ਼ ਹੋ ਜਾਂਦੇ ਨੇ, ਤੇ ਉੱਥੇ ਗੱਲ ਤੇ ਸਕੂਟਰ ਦੀ ਹੁੰਦੀ ਹੈ ਵੀ ਤੇਰੇ ਸਕੂਟਰ ਤੇ ਮੈਂ ਬਹਿਣਾ ਹੀ ਨਹੀਂ ਜਦ ਤੱਕ ਮੈਂ ਇੱਥੇ ਹੈਗਾ। ਤੇ ਹੁਣ ਉਹ ਸਕੂਟਰ ਤੇ ਨਾ ਬਹਿਣਾ, ਹੈਲੀਕਾਪਟਰ ਨਾ ਲੈਣਾ, ਉਹ ਕਈ ਵਾਰ ਬਜ਼ੁਰਗ ਬੰਦਾ ਟੇਢਾ ਹੋ ਜਾਏ ਨਾ ਤੇ ਫਿਰ ਬਹੁਤ ਟੇਢਾ ਹੋ ਜਾਂਦਾ ਹੈ। ਔਰ ਗਵਰਨਰ ਸਾਹਿਬ ਜਦ ਹਾਂ ਕਰਕੇ ਇਹ ਗੱਲ ਕਰਦੇ ਨੇ ਨਾ, ਤੇ ਗੁੱਸਾ ਤੇ ਉਹਨਾਂ ਦੇ ਵਿੱਚ ਪੂਰਾ ਸੀਗਾ ਉਸ ਦਿਨ, ਔਰ ਉਹ ਗੁੱਸਾ ਹੁਣ ਨਜ਼ਰ ਵੀ ਆਉਣ ਲੱਗਿਆ। ਭਾਵੇਂ ਕਸ਼ਮੀਰ ਦੇ ਵਿੱਚ ਤੇ ਹੈਲੀਕਾਪਟਰ ਜਾ ਹੀ ਨਹੀਂ ਸਕਦਾ ਸੀਗਾ, ਪਰ ਇਸ ਗੱਲ ਦੇ ਉੱਤੇ ਵੀ ਚਰਨਜੀਤ ਸਿੰਘ ਭੁੱਲਰ ਉਹਨਾਂ ਨੇ ਉਹ ਗੁੱਸੇ ਦੀ ਗੱਲ ਕਰਤੇ ਵੀ ਨਹੀਂ ਲਿੱਤਾ। ਦੇਖੋ ਅਣਖ ਦੇ ਪੱਕੇ ਹੈਗੇ ਨੇ ਸਾਡੇ ਬਜ਼ੁਰਗ, ਉਹ ਨਹੀਂ ਲੈਣਗੇ ਹੈਲੀਕਾਪਟਰ। ਹੁਣ ਗੱਲ ਕਰੀਏ ਰਾਜਸਥਾਨ ਦੇ ਵਿੱਚ 500 ਮੈਗਾਵਾਟ ਸੋਲਰ ਪਲਾਂਟ ਖਰੀਦਣ ਦੀ। ਇਸ ਤੋਂ ਪਹਿਲੇ ਉਹ ਜਿਹੜਾ GVK ਥਰਮਲ ਪਲਾਂਟ ਦੇ ਉੱਤੇ ਜਦ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਨਾ, ਪਹਿਲੇ ਪੱਠ ਤੇ ਹੱਥ ਮਾਰ ਕੇ ਸਰਕਾਰ ਨੇ ਕਿਹਾ ਸੀ ਅਸੀਂ ਖਰੀਦਾਂਗੇ ਇਹ ਪਲਾਟ, ਉਸ ਤੋਂ ਬਾਅਦ ਚੁੱਪੀ ਜੀ ਧਾਰ ਲਈ ਸੀ। ਉਹ ਚੁੱਪੀ ਦੇ ਰਹੱਸਿਆਂ ਨੂੰ ਅਸੀਂ ਤੋੜਨ ਦੀ ਗੱਲ ਕੀਤੀ, ਲੱਭਣ ਦੀ ਗੱਲ ਕੀਤੀ। ਅਸੀਂ ਕਿਹਾ ਪਿੱਛਾ ਕਿਉਂ ਹਟ ਗਈ ਹੈ ਸਰਕਾਰ, ਤੇ ਸਰਕਾਰ ਦਾ ਵੀ ਜਵਾਬ ਆ ਗਿਆ ਵੀ ਨਾ, ਅਸੀਂ ਪਿੱਛਾ ਨਹੀਂ ਹਟ ਰਹੇ, ਅਸੀਂ ਖਰੀਦਾਂਗੇ ਔਰ ਪੱਕਾ ਖਰੀਦਾਂਗੇ, ਅਸੀਂ ਕਮਿਟਡ ਹੈਗੇ ਆ ਇਹਨੂੰ ਪਲਾਂਟ ਨੂੰ ਖਰੀਦਣ ਦੇ। ਉਸ ਤੋਂ ਬਾਅਦ 500 ਮੈਗਾਵਾਟ ਹੈ ਜਿਹੜਾ ਸੋਲਰ ਪਲਾਂਟ ਰਾਜਸਥਾਨ ਦੇ ਵਿੱਚ ਖਰੀਦਿਆ। ਭਗਵੰਤ ਮਾਨ ਉਹਨਾਂ ਪ੍ਰਾਪਰਟੀਆਂ ਬਣਾਉਣ ਦੇ ਉੱਤੇ ਲੱਗੇ ਹੋਏ ਨੇ, ਔਰ ਇਹ ਗੱਲ ਉਹਨਾਂ ਨੇ ਖੁਦ ਵੀ ਕਲੇਮ ਕੀਤੀ ਕਿ ਬਹੁਤ ਸਾਲਾਂ ਤੋਂ ਬਾਅਦ ਪੰਜਾਬ ਦੇ ਵਿੱਚ ਏਦਾਂ ਦੀ ਸਰਕਾਰ ਆਈ ਹੈ ਜਿਹੜੀ ਪ੍ਰਾਪਰਟੀਆਂ ਸਰਕਾਰ ਦੀ ਬਣਾ ਰਹੀ ਹੈ। ਪਿਛਲੀ ਸਰਕਾਰਾਂ ਤੇ ਸਰਕਾਰ ਦੇ ਭਾਂਡੇ ਵੇਚ ਕੇ, ਯਾਨੀ ਪ੍ਰਾਪਰਟੀਆਂ ਵੇਚ ਕੇ ਆਪਣੀ ਸਰਕਾਰ ਚਲਾਉਂਦੀ ਸੀ। ਸਾਡੇ ਵਿੱਚ ਇਹੀ ਬਦਲਾਅ ਹੈ ਜਿਸ ਬਦਲਾਅ ਦੀ ਗੱਲ ਸਾਰੇ ਪੰਜਾਬ ਦੇ ਵਿੱਚ ਕਰਦੇ। ਇੰਦਰਪ੍ਰੀਤ ਜੀ, ਇੱਕ ਟਿੱਪਣੀ ਇੱਥੇ ਦੇ ਦਿਓ, ਫਿਰ ਖਤਮ ਕਰੀਏ। ਰੰਧਾਵਾ ਸਾਹਿਬ, ਦੇਖੋ ਇਹ ਖਬਰ ਕੋਈ ਹਜੇ ਬਹੁਤੀ ਡਿਟੇਲ ਚ ਨਹੀਂ ਆਈ ਹੈਗੀ ਕਿ ਪੰਜਾਬ ਸਰਕਾਰ ਉਹ ਪਲਾਂਟ ਖਰੀਦਣ ਲੱਗੀ ਹੈ ਜਾਂ ਉਸ ਪਲਾਂਟ ਦੇ ਵਿੱਚ, ਕਈ ਵਾਰੀ ਏਦਾਂ ਹੁੰਦਾ ਕਿ ਬਹੁਤ ਵੱਡੇ ਜਿਹੜੇ ਪਲਾਂਟ ਬਣਦੇ ਆ ਉਹਦੇ ਚ ਹਿੱਸੇਦਾਰੀਆਂ ਵੀ ਲੈਂਦੀਆਂ ਸਟੇਟ ਗਵਰਨਮੈਂਟਾਂ ਦੀ। ਜਿਸ ਤਰ੍ਹਾਂ ਮੁੰਦਰਾ ਦੇ ਵਿੱਚ ਪਲਾਂਟ ਲੱਗਿਆ ਹੋਇਆ ਟਾਟਾ ਵਾਲਿਆਂ ਦਾ, ਉਹਦੇ ਚ ਸਾਡੀ ਹਿੱਸੇਦਾਰੀ ਹੈ। ਸੋ ਇਸ ਤਰ੍ਹਾਂ ਦਾ ਕੋਈ ਹੈਗਾ। ਦੂਜੀ ਵੱਡੀ ਗੱਲ, ਮੈਂ ਇਸ ਤੇ ਨਹੀਂ ਜਾਂਦਾ, ਮੈਂ ਕਹਿੰਦਾ ਠੀਕ ਹੈ ਜੇ ਪੰਜਾਬ ਸਰਕਾਰ ਦਾ ਜਿਹੜਾ ਇੱਥੇ ਜ਼ਮੀਨ ਲਿੱਤੀ ਹੋਈ ਹੈ, ਮਾਨਸਾ ਕੋਲੇ ਜਿਹੜਾ ਇੱਕ ਥਰਮਲ ਪਲਾਂਟ ਲੱਗਣਾ ਸੀ, 800 ਏਕੜ ਜ਼ਮੀਨ ਲਿੱਤੀ ਹੋਈ ਹੈ, ਉਹ ਉਸ ਤੋਂ ਬਾਅਦ ਅੱਗੇ ਚੱਲੀ ਨਹੀਂ ਹੈ। ਉਹ ਕਿਸੇ ਕੰਪਨੀ ਨੇ ਐਕਵਾਇਰ ਕੀਤੀ ਸੀਗੀ, ਲੇਕਿਨ ਉਹ ਅੱਗੇ ਵਧੀ ਨਹੀਂ ਗੱਲ। ਉਹ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਸੀ ਉਹਨਾਂ ਸਾਰੇ ਬੰਦਿਆਂ ਨੂੰ ਨੌਕਰੀ ਦੇਤੀ ਹੈ ਪੰਜਾਬ ਸਰਕਾਰ ਨੇ, ਪਰ ਉਹ ਜ਼ਮੀਨ ਅੱਜ ਵੀ ਖਾਲੀ ਪਈ ਹੈ। ਤੇ ਉੱਥੇ ਕਿਉਂ ਨਹੀਂ ਅਸੀਂ 500 ਮੈਗਾਵਾਟ ਦਾ ਇੱਕ ਪਲਾਂਟ ਲਗਾ ਲੈਂਦੇ? ਇਸੇ ਤਰ੍ਹਾਂ ਹੀ ਸਾਡੀਆਂ ਨਹਿਰਾਂ ਇੰਨੀਆਂ ਜ਼ਿਆਦਾ ਪਈਆਂ ਨੇ, ਸਾਡੀਆਂ ਡਰੇਨਾਂ ਇੰਨੀਆਂ ਹਜ਼ਾਰਾਂ ਕਿਲੋਮੀਟਰ ਦੀ ਸਾਡੀਆਂ ਡਰੇਨਾਂ ਪਈਆਂ ਨੇ, ਅਸੀਂ ਉਹਨਾਂ ਨੂੰ ਯੂਜ਼ ਕਿਉਂ ਨਹੀਂ ਕਰਦੇ? ਮੈਨੂੰ ਸਿੰਪਲ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਮਿਲਦਾ। ਜਦੋਂ ਮੈਂ ਗੁਜਰਾਤ ਸਰਕਾਰ ਨੂੰ ਦੇਖਦਾ, ਅਸੀਂ ਗੱਲਾਂ ਤਾਂ ਕਰ ਦਿੰਦੇ ਹਾਂ ਵੀ ਮੋਦੀ ਦੀਆਂ, ਚਾਹੇ ਉਹ ਉਹਨਾਂ ਦੇ ਵਿਰੋਧ ਦੇ ਵਜੋਂ ਵਿਰੋਧ ਕਰਦੀ ਹੈ ਉਹਨਾਂ ਦਾ, ਪਰ ਗੁਜਰਾਤ ਦੇ ਵਿੱਚ ਤੁਸੀਂ ਘੱਟੋ ਘੱਟ ਇਹ ਚੀਜ਼ਾਂ ਦੇਖੋ, ਉਹਨਾਂ ਨੇ ਆਪਣੀ ਸਾਰੀਆਂ ਨਹਿਰਾਂ ਉੱਤੇ ਜਿਹੜਾ ਹੈ ਸੋਲਰ ਪੈਨਲ ਲਗਾਤੇ ਹੈ, ਜਿੱਥੇ ਇਹ ਦੋ ਫਾਇਦੇ ਹੋ ਰਹੇ। ਇੱਕ ਤਾਂ ਉਹਨਾਂ ਨੂੰ ਜ਼ਮੀਨ ਯੂਜ਼ ਨਹੀਂ ਕਰਨੀ ਪਈ, ਦੂਸਰਾ ਉਹ ਨਹਿਰਾਂ ਵੀ ਸਾਫ਼ ਹੋ ਕੇ ਚੱਲ ਰਹੀਆਂ, ਪਾਣੀ ਵੈਪੋਰੇਟ ਵੀ ਨਹੀਂ ਹੁੰਦਾ। ਸੋ ਇਦਾਂ ਦੇ ਤਰੀਕੇ ਕਰ ਅਸੀਂ ਕਿਉਂ ਨਹੀਂ ਅਪਣਾਉਂਦੇ? ਕਿ ਸਾਡੇ ਕੋਲ ਜ਼ਮੀਨਾਂ ਨਹੀਂ ਹੈਗੀਆਂ? ਸਾਡੇ ਕੋਲ ਵੀ ਵਾਧੂ ਜ਼ਮੀਨਾਂ ਪਈਆਂ ਨੇ, ਅਸੀਂ ਆਪਣਾ ਇੱਥੇ ਲਗਾਓ।
ਜਿੰਨਾ ਇਨਵੈਸਟਮੈਂਟ ਅਸੀਂ 500 ਕਰੋੜ ਦੀ ਰਾਜਸਥਾਨ ਦੇ ਵਿੱਚ ਕਰਨੀ ਹੈ ਤਾਂ 500 ਮੈਗਾਵਾਟ ਲਈ ਰਾਜਸਥਾਨ ਦੇ ਵਿੱਚ ਕਰਨੀ ਹੈ, ਤਾਂ ਪੰਜਾਬ ਕੀ ਮਾੜਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਕੀਤੀ ਜਾ ਰਹੀ ਹੈ? ਜੀ, ਇਹ ਕਾਫੀ ਅਹਿਮ ਸਵਾਲ ਆ, ਔਰ ਜਦੋਂ ਇਹਦਾ ਵਿਸਥਾਰ ਇਹਦੀਆਂ ਡਿਟੇਲਸ ਆਉਣਗੀਆਂ ਤਾਂ ਅਸੀਂ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਇਸ ਸਵਾਲ ਨੂੰ ਰੱਖਾਂਗੇ। ਹੋ ਸਕਦਾ ਟੈਕਨੀਕੈਲਿਟੀਜ਼ ਕਿਸੇ ਹੋਰ ਤਰੀਕੇ ਨਾਲ ਅੱਗੇ ਵਧਣ। ਤੇ ਅੱਜ ਲਈ ਇੰਨਾ ਹੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।